ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਡਾਰੀ ਵਿਦੇਸ਼ਾਂ ਨੂੰ। ਸੋ ਅੱਜ ਆਪਾਂ ਢੇਰ ਸਾਰੀਆਂ ਹੋਰ ਖਾਸ ਜਾਣਕਾਰੀ ਭਰੀਆਂ ਗੱਲਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਔਰ ਆਪਾਂ ਅੱਜ ਗੱਲ ਪੀਟੀ ਵਾਲੇ ਸਟੂਡੈਂਟਸ ਦੀ ਵੀ ਬਹੁਤ ਕਰਨੀ ਹੈ ਕਿਉਂਕਿ ਕੁਐਰੀਜ਼ ਸਵਾਲ ਇੰਨੇ ਕੁ ਜ਼ਿਆਦਾ ਨੇ ਸਟੂਡੈਂਟਸ ਦੇ ਕੈਨੇਡਾ ਨੂੰ ਲੈ ਕੇ ਕਿ ਕੀ ਪੀਟੀ ਤੇ ਵਧੀਆ ਰਿਜ਼ਲਟ ਆ ਰਹੇ ਨੇ ਜਾਂ ਬਾਕੀ ਕੰਟਰੀਜ਼ 'ਚ ਪੀਟੀ ਦਾ ਕਿੰਨਾ ਸਕੋਰ ਚਾਹੀਦਾ ਹੈ। ਯੂਐਸ ਦੀ ਵੀ ਆਪਾਂ ਗੱਲ ਜ਼ਰੂਰ ਕਰਨੀ ਹੈ, I-20 ਨੂੰ ਲੈ ਕੇ, ਅਪਾਇੰਟਮੈਂਟਸ ਨੂੰ ਲੈ ਕੇ ਤੇ ਕਿਹੜੇ ਸਟੂਡੈਂਟਸ ਟਾਈਮਲੀ ਅਪਲਾਈ ਕਰਕੇ ਯੂਐਸਏ ਦਾ ਵੀਜ਼ਾ ਆਪਣਾ ਹਾਸਲ ਕਰ ਸਕਦੇ ਨੇ। ਵਿਦਆਊਟ ਆਇਲਸ ਆਪਸ਼ਨ ਦੇ ਉੱਪਰ ਵੀ ਗੱਲ ਕਰਾਂਗੇ। ਇੱਕ ਚੰਗੀ ਆਪਸ਼ਨ ਹੈ ਸਟੂਡੈਂਟਸ ਦੇ ਸਵਾਲ ਰਹਿੰਦੇ ਹੈਗੇ ਸਾਨੂੰ ਵਧੀਆ ਇੱਕ ਆਪਸ਼ਨ ਉਹ ਵੀ ਦੱਸੀ ਜਾਏ ਤੇ ਅੱਜ ਦੇ ਸ਼ੋਅ ਵਿੱਚ ਆਪਾਂ ਤੁਹਾਨੂੰ ਵਿਦਆਊਟ ਆਇਲਸ ਆਪਸ਼ਨ ਬਾਰੇ ਵੀ ਡਿਟੇਲ 'ਚ ਦੱਸਾਂਗੇ। ਸੋ ਅੱਜ ਦਾ ਸ਼ੋਅ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਤੁਸੀਂ ਧਿਆਨ ਨਾਲ ਵੇਖਣਾ ਤੇ ਸੁਣਨਾ ਤੇ ਅੱਜ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੋਅ ਦੇ ਜ਼ਰੀਏ ਸਾਂਝੀ ਕਰਨਗੇ ਲੈਂਡਮਾਰਕ ਇਮੀਗ੍ਰੇਸ਼ਨਸ ਤੋਂ ਡਾਇਰੈਕਟਰ ਮਿਸਟਰ ਜਸਮੀਤ ਭਾਟੀਆ ਜੀ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਅੱਜ ਯੂਐਸ ਤੋਂ ਹੀ ਸਟਾਰਟ ਮੈਂ ਕਰਨਾ ਚਾਹੂੰਗੀ। ਪਹਿਲਾਂ ਤਾਂ ਜ਼ਰੂਰ ਦੱਸੋ ਕਿ ਕਿਸ ਤਰ੍ਹਾਂ ਦਾ ਹੁਣ ਟ੍ਰੈਂਡ ਯੂਐਸ ਨੂੰ ਲੈ ਕੇ ਚੱਲ ਰਿਹਾ ਹੈ, ਕਦੋਂ ਹੁਣ ਸਟੂਡੈਂਟ ਅਪਲਾਈ ਕਰ ਸਕਦਾ ਹੈ, ਕਿਸ ਨੂੰ ਆਪਾਂ ਪ੍ਰੋਪਰ ਐਲੀਜੀਬਲ ਮੰਨੀਏ ਔਰ I-20 ਕਿੰਨੇ ਟਾਈਮ ਵਿੱਚ ਆ ਰਹੀ ਹੈ। ਸੋ ਪਹਿਲੀ ਗੱਲ ਤਾਂ ਯੂਐਸਏ 'ਚ ਬਹੁਤ ਸਾਰੇ ਡਾਊਟਸ ਹੈਗੇ ਬੱਚਿਆਂ ਦੇ ਮਨ 'ਚ, ਉਹ ਪਹਿਲਾਂ ਕਲੀਅਰ ਕਰਾਂਗੇ ਸਟੈਪ ਬਾਏ ਸਟੈਪ। ਸੋ ਰੀਸੈਂਟਲੀ ਤੁਸੀਂ ਦੇਖਿਆ ਹੋਣਾ ਯੂਐਸਏ ਦੀਆਂ ਸਰਕਾਰੀ ਯੂਨੀਵਰਸਿਟੀਜ਼ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਹੈਗੇ ਆ, ਮੈਨੇਜਰ, ਵਾਈਸ ਪ੍ਰੈਜ਼ੀਡੈਂਟ, ਡਾਇਰੈਕਟਰ, ਉਹ ਇੰਡੀਆ 'ਚ ਬਹੁਤ ਜ਼ਿਆਦਾ ਵਿਜ਼ਿਟਸ ਕਰ ਰਹੇ ਨੇ। ਅੱਜ ਦੀ ਡੇਟ 'ਚ ਯੂਐਸਏ ਦੀ ਬਹੁਤ ਜ਼ਿਆਦਾ ਵਿਜ਼ਿਟ ਹੈ ਔਰ ਉਹ ਹਾਈ ਕਮਿਸ਼ਨ 'ਚ ਵੀ ਮਿਲ ਰਹੇ ਨੇ, ਉਹ ਡਿਸਕਸ ਕਰ ਰਹੇ ਨੇ ਕਿ ਕਿੱਦਾਂ ਅਸੀਂ ਫਿਊਚਰ ਵਿੱਚ ਯੂਐਸਏ ਦਾ ਟ੍ਰੈਂਡ ਕਿੱਦਾਂ ਰਹੇਗਾ। ਸੋ ਸਭ ਤੋਂ ਵੱਡਾ ਡਾਊਟ ਜਿਹੜਾ ਬੱਚਿਆਂ ਦੇ ਮਨ 'ਚ ਆਉਂਦਾ ਹੈ ਕਿ ਇੰਟਰਵਿਊ ਹੈ ਕਿ ਨਹੀਂ ਹੈ। ਸੋ ਯੂਐਸਏ ਦਾ ਵੀਜ਼ਾ ਇੰਟਰਵਿਊ ਤੋਂ ਬਿਨਾਂ ਨਹੀਂ ਮਿਲ ਸਕਦਾ। ਸੋ ਸਭ ਤੋਂ ਇੰਪੋਰਟੈਂਟ ਆਪਾਂ ਬੱਚੇ ਜਿਹੜੇ ਕਹਿੰਦੇ ਆ ਕਿ ਅਸੀਂ ਇੰਟਰਵਿਊ ਨਹੀਂ ਦੇਣੀ, ਉਹ ਯੂਐਸਏ ਦਾ ਵੀਜ਼ਾ ਨਹੀਂ ਲੈ ਸਕਦੇ। ਹੁਣ ਦੂਜਾ ਸਵਾਲ ਆਉਂਦਾ ਕਿ ਇੰਟਰਵਿਊ ਕਿੰਨੀ ਔਖੀ ਹੈ। ਸੋ ਇੰਟਰਵਿਊ ਬੜੀ ਸੌਖੀ ਹੈ। ਸਾਨੂੰ ਤਿੰਨ ਚੀਜ਼ਾਂ ਤੇ ਆਪਾਂ ਕੋਲ ਕੌਨਫੀਡੈਂਟ ਚਾਹੀਦਾ ਕਿ ਆਪਾਂ ਜਿਹੜੇ ਕਾਲਜ ਜਾ ਰਹੇ ਹਾਂ ਉਹ ਸਾਨੂੰ ਪਤਾ ਹੋਣਾ ਚਾਹੀਦਾ। ਦੂਜਾ, ਉਹ ਕਾਲਜ ਲਈ ਜਿਹੜੀ ਫੀਸ ਭਰਨੀ ਹੈ ਉਹ ਕਿੱਥੋਂ ਆਣੀ ਹੈ, ਮਤਲਬ ਫੰਡਸ ਤੇ ਕਲੈਰਿਟੀ ਪੂਰੀ ਚਾਹੀਦੀ ਹੈ। ਔਰ ਜੇ ਫੰਡਸ ਤੁਹਾਡੇ ਕਲੀਅਰ ਨਹੀਂ ਹੈਗੇ ਤਾਂ ਇਟ ਕੈਨ ਬੀ ਅ ਵੈਰੀ ਵੈਰੀ ਸੀਰੀਅਸ ਓਫੈਂਸ। ਸੋ ਬਹੁਤ ਵੱਡਾ ਓਫੈਂਸ ਹੋ ਸਕਦਾ ਯੂਐਸਏ ਐਮਬੈਸੀ 'ਚ। ਤੁਹਾਡੇ ਤੇ ਉਸੇ ਟਾਈਮ ਪੁਲਿਸ ਦੀ ਵੈਰੀਫਿਕੇਸ਼ਨ ਕਰਾ ਸਕਦੇ ਹੋ, ਉਸੇ ਟਾਈਮ, ਜੇ ਤੁਹਾਡੇ ਫੰਡ ਸਹੀ ਨਹੀਂ ਹੈਗੇ। ਸੋ ਯੂਐਸਏ 'ਚ ਐਮਬੈਸੀ ਵੜਨਾ ਤਾਂ ਸਹੀ ਡਾਕੂਮੈਂਟ ਲੈ ਕੇ ਵੜਨਾ, ਨਹੀਂ ਤਾਂ ਕਦੀ ਜਾਣ ਦੀ ਭੁਲੇਖਾ ਵੀ ਨਹੀਂ ਕਰਨਾ। ਤੀਜੀ ਚੀਜ਼ ਬੱਚਿਆਂ ਦਾ ਆਉਂਦਾ ਕਿ ਜੇ ਇੰਟਰਵਿਊ ਦਾ ਸਮਾਂ ਕਿੰਨਾ ਲੱਗ ਰਿਹਾ। ਸੋ ਉਸ 'ਤੇ ਮੈਂ ਕਲੈਰਿਟੀ ਦੇਵਾਂਗਾ ਕਿ 1 ਅਪ੍ਰੈਲ ਤੋਂ ਬਾਅਦ ਯੂਐਸ ਹਾਈ ਕਮਿਸ਼ਨ ਬਹੁਤ ਵੱਡੇ ਨੰਬਰਸ 'ਤੇ ਬੰਦੇ ਹਾਇਰ ਕਰ ਰਿਹਾ, ਮੋਰ ਦੈਨ 500 to 600 ਐਂਡ ਉਹਨਾਂ ਦਾ ਟਾਰਗੇਟ ਹੈਗਾ ਕਿ ਜਿਹਦਾ ਵੇਟਿੰਗ ਪੀਰੀਅਡ ਅੱਜ 500 ਦਿਨ ਆ ਰਿਹਾ ਹੈ, ਕਿਉਂਕਿ ਅੱਜ ਦੀ ਡੇਟ 'ਚ 1.5 ਸਾਲ ਦੀ ਵੇਟਿੰਗ ਪੀਰੀਅਡ ਆ ਰਿਹਾ ਹੈ ਵਿਜ਼ਿਟਰ ਦਾ, ਜਾਂ ਸਟੱਡੀ ਦਾ ਵੀ 1 ਸਾਲ ਦਾ ਆ ਰਿਹਾ ਹੈ, ਉਹਦਾ ਟਾਈਮ 56 ਦਿਨ 'ਤੇ ਲੈ ਕੇ ਆਉਣਾ। ਸੋ 2 ਮਹੀਨੇ ਤੋਂ 3 ਮਹੀਨੇ ਦਾ ਸਮਾਂ ਲੱਗੇਗਾ ਸਿਰਫ ਇੰਟਰਵਿਊ ਵੇਟਿੰਗ ਤੇ 1 ਅਪ੍ਰੈਲ ਤੋਂ ਬਾਅਦ, ਨਹੀਂ ਕਿ ਹੁਣ। ਸੋ ਜੇ ਹੁਣੇ ਤੁਸੀਂ ਮੈਨੂੰ ਕਹੋਗੇ ਕਿ ਮੇਰੀ ਅਗਲੇ ਸਾਲ ਦੀ ਅਪਾਇੰਟਮੈਂਟ ਮਿਲ ਰਹੀ ਹੈ, ਯੈਸ ਅੱਜ ਦੀ ਡੇਟ 'ਚ ਅਗਲੇ ਸਾਲ ਦੀ ਮਿਲ ਰਹੀ ਹੈ, ਪਰ ਬਹੁਤ ਵੱਡੇ ਪੱਧਰ 'ਤੇ ਇੰਪਲੋਈਜ਼ ਹਾਇਰ ਹੋ ਰਹੇ ਆ ਯੂਕੇ ਹਾਈ ਕਮਿਸ਼ਨ 'ਚ, ਜਿਹੜੇ ਇੰਟਰਵਿਊ ਲੈਣਗੇ ਔਰ ਜਿਹੜੇ ਵੀਜ਼ਾ ਪ੍ਰੋਸੈਸਿੰਗ ਫਾਸਟ ਕਰਨਗੇ। ਸੋ ਇੰਟਰਵਿਊ ਦਾ ਸਮਾਂ ਬਹੁਤ ਥੋੜਾ ਰਹਿ ਜਾਏਗਾ 1 ਅਪ੍ਰੈਲ ਤੋਂ। ਹੁਣ ਅਸੀਂ ਗੱਲ ਕਰਦੇ ਹਾਂ ਐਲੀਜੀਬਿਲਿਟੀਜ਼ ਦੀ, ਕਿਹੜਾ ਯੂਐਸਏ ਜਾਣ ਲਈ ਐਲੀਜੀਬਲ ਹੈ। ਸੋ ਪਹਿਲੀ ਗੱਲ ਤਾਂ ਗੈਪ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਜੇ ਤੁਹਾਡਾ ਗੈਪ ਹੈ, ਤੁਸੀਂ ਕਿਤੇ ਨੌਕਰੀ ਕੀਤੀ ਹੈ ਜਾਂ ਨਹੀਂ ਕੀਤੀ, ਯੂਐਸਏ ਐਕਸੈਪਟ ਕਰਦਾ ਤੁਹਾਡਾ ਗੈਪ। ਸੋ ਯੂਐਸਏ 'ਚ ਗੈਪ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਸੈਕਿੰਡ ਗੱਲ, ਇੰਗਲਿਸ਼ ਰਿਕੁਆਇਰਮੈਂਟ। ਇੰਗਲਿਸ਼ ਰਿਕੁਆਇਰਮੈਂਟ 5.5 ਬੈਂਡ ਦੇ ਨਾਲ ਤੁਸੀਂ ਯੂਐਸਏ 'ਚ ਡਾਇਰੈਕਟ ਅਪਲਾਈ ਕਰ ਸਕਦੇ ਹੋ। ਜੇ ਵਿਦਆਊਟ ਆਈਲੈਟਸ ਹੈ ਤਾਂ MOI ਯਾਨੀ ਕਿ ਮੀਡੀਅਮ ਆਫ ਇੰਸਟਰਕਸ਼ਨ ਚਾਹੀਦੀ ਹੈ ਪਿਛਲੇ 4 ਸਾਲਾਂ ਦੀ। ਸੋ ਤੁਹਾਡੇ ਸਕੂਲ ਤੋਂ ਲਿਖ ਕੇ ਦੇ ਸਕਦੇ ਹੋ ਕਿ ਜਿਹੜੀ ਤੁਹਾਡੀ ਲਾਸਟ ਈਅਰ ਦੀ 4 ਸਾਲ ਦੀ ਸਟੱਡੀਜ਼ ਹੈ ਉਹ ਇੰਗਲਿਸ਼ ਮੀਡੀਅਮ 'ਚ ਸੀ, ਫਿਰ ਤੁਸੀਂ ਯੂਐਸਏ ਦਾ ਵਿਦਆਊਟ ਆਈਲੈਟਸ ਵੀ ਅਪਲਾਈ ਕਰ ਸਕਦੇ ਹੋ। ਬਟ ਯੈਸ, ਇੰਗਲਿਸ਼ ਬੋਲਣੀ ਆਉਣੀ ਚਾਹੀਦੀ ਹੈ। ਜੇ ਅਸੀਂ ਕਹੀਏ ਕਿ ਇੰਗਲਿਸ਼ ਬੋਲਣੀ ਨਹੀਂ ਆਉਂਦੀ ਤੇ ਮੈਂ ਇੰਟਰਵਿਊ ਦੇਣ ਚਲੇ ਜਾਂ, ਫਿਰ ਮੁਸ਼ਕਿਲ ਹੈ। ਜੇ ਤੁਸੀਂ ਕਹੋਗੇ ਮੈਂ ਇੰਗਲਿਸ਼ ਸਮਝਦਾ ਵੀ ਨਹੀਂ ਆ, ਬੋਲਦਾ ਵੀ ਨਹੀਂ ਆ, ਫਿਰ ਯੂਐਸਏ ਨਹੀਂ ਜਾ ਸਕਦੇ। ਫਿਰ ਆਪਾਂ ਜਾ ਸਕਦੇ ਹਾਂ ਸਿਰਫ ਸਿੰਗਾਪੁਰ, ਫਿਰ ਆਪਾਂ ਯੂਐਸਏ ਨਹੀਂ ਜਾ ਸਕਦੇ ਬਿਕੋਜ਼ ਇੰਗਲਿਸ਼ 'ਚ ਉੱਥੇ ਕੁਐਸਚਨ ਪੁੱਛੇ ਜਾਣੇ ਆ ਔਰ ਇੰਗਲਿਸ਼ 'ਚ ਜਵਾਬ ਦੇਣੇ ਪੈਣੇ ਆ ਜੇ ਆਪਾਂ ਯੂਐਸਏ ਜਾਣਾ ਚਾਹੁੰਦੇ ਹਾਂ। ਤੀਜੀ ਚੀਜ਼, ਬੱਚਿਆਂ ਦੇ ਦਿਮਾਗ 'ਚ ਇਹ ਬਹੁਤ ਹੁੰਦਾ ਹੈ ਕਿ ਯੂਐਸਏ ਬੜਾ ਮਹਿੰਗਾ ਹੈ, ਕਿ ਬੜੀ ਜ਼ਿਆਦਾ ਫੀਸ ਹੈ। ਸੋ ਕਾਲਜ ਦੀ ਫੀਸ ਹੈਗੀ ਹੈ 6 ਲੱਖ ਰੁਪਇਆ ਸਾਲ ਦੀ ਔਰ ਯੂਨੀਵਰਸਿਟੀ ਦੀ ਫੀਸ ਹੈਗੀ ਹੈ 10 ਲੱਖ ਰੁਪਇਆ ਸਾਲ ਦੀ ਸ਼ੁਰੂ ਹੁੰਦੀ ਹੈ। ਸੋ 6 ਲੱਖ ਕਾਲਜ ਦੀ ਸਾਲਾਨਾ ਫੀਸ ਹੈ ਔਰ 10 ਲੱਖ ਸਾਲਾਨਾ ਫੀਸ ਹੈਗੀ ਹੈ ਯੂਨੀਵਰਸਿਟੀ ਦੀ। ਸੋ ਸਟੂਡੈਂਟਸ ਅਫੋਰਡੇਬਲ ਹੈ। ਇੰਨੀ ਕੁ ਫੀਸ ਤਾਂ ਅੱਜ ਕੱਲ੍ਹ ਸਾਰੇ ਕਿਤੇ ਹੀ ਹੈਗੀ ਅੱਜ ਦੀ ਡੇਟ 'ਚ। ਜੇ ਅਸੀਂ ਜਰਮਨੀ ਕਹੀਏ ਤਾਂ ਉਹਦੀ ਵੀ 8 ਤੋਂ 10 ਲੱਖ ਫੀਸ ਹੈ। ਜੇ ਅਸੀਂ ਆਸਟ੍ਰੇਲੀਆ ਕਹੀਏ ਤਾਂ ਆਸਟ੍ਰੇਲੀਆ ਦਾ ਬੜਾ ਹੀ ਮਹਿੰਗਾ ਹੈ, 15 ਲੱਖ ਤੋਂ ਫੀਸ ਸਟਾਰਟ ਹੀ ਹੁੰਦੀ ਹੈ। ਤਾਂ ਹੀ ਕਰਕੇ ਬੱਚੇ ਆਪਣੀ ਬੈਚਲਰ ਕਰਦੇ ਨਹੀਂ ਹੈਗੇ, ਜਾਂਦੇ ਆ ਜਾਂ ਤਾਂ ਕਾਲਜ ਚੇਂਜ ਕਰਦੇ ਆ ਜਾਂ 6 ਮਹੀਨੇ ਬਾਅਦ ਕਰਦੇ ਆ, ਜੋ ਕਿ ਯੂਨੀਵਰਸਿਟੀ ਦਾ ਰੂਲ ਹੈ ਕਿ 6 ਮਹੀਨੇ ਪੜ੍ਹਾਈ ਕਰਨੀ ਜ਼ਰੂਰੀ ਹੈ।
ਸੋ ਸਟੂਡੈਂਟਸ ਫੀਸ ਅਫੋਰਡੇਬਲ ਹੈਗੀ ਆ, ਅਫੋਰਡੇਬਲ ਕਾਲਜਸ ਆਰ ਅਵੇਲੇਬਲ ਇਨ USA। ਹੋਰ ਵੀ ਬੜੇ ਸਵਾਲ ਹੈਗੇ ਆ, ਜਿਹੜੇ ਸਵਾਲਾਂ ਦੇ ਤੁਹਾਨੂੰ ਡਾਊਟਸ ਹੈਗੇ ਆ, ਤੁਸੀਂ ਸਾਡੇ ਨੀਅਰੈਸਟ ਆਫਿਸ ਵਿਜ਼ਿਟ ਕਰ ਸਕਦੇ ਹੋ। ਵੱਖ-ਵੱਖ ਜਗ੍ਹਾ ਤੇ ਸਾਡੇ ਆਫਿਸਿਸ ਹੈਗੇ ਆ। ਸੋ ਵਿਦ ਆਈਲੈਟਸ, ਵਿਦਆਊਟ ਆਈਲੈਟਸ USA is possible, but conditions should be met very clearly। ਹੁਣ ਬੈਚਲਰ ਪਾਸ ਹੈ ਬੱਚਾ, ਉਹ ਕਹਿੰਦਾ ਮੈਨੂੰ MBA ਚਾਹੀਦੀ ਹੈ, ਸੋ ਉਹਦੇ ਲਈ ਆਪਾਂ ਨੂੰ ਆਪਣਾ CV ਚਾਹੀਦਾ ਹੋਏਗਾ, 2 ਰੈਫਰੈਂਸ ਲੈਟਰ ਚਾਹੀਦੇ ਹੋਣਗੇ, ਐਕਸਪੀਰੀਅੰਸ ਲੈਟਰ ਚਾਹੀਦਾ ਹੋਏਗਾ ਟੂ ਗੈਟ ਐਨ I-20। ਔਰ I-20 ਤਾਂ ਆਉਂਦੀ ਹੈ ਜੇ ਤੁਸੀਂ ਆਪਣੇ ਫਾਈਨੈਂਸ਼ੀਅਲ ਡਾਕੂਮੈਂਟਸ ਦਿੰਦੇ ਹੋ। ਆਫਰ ਲੈਟਰ ਨਹੀਂ ਆਉਂਦੀ USA 'ਚ। ਬਹੁਤ ਹੀ ਘੱਟ ਯੂਨੀਵਰਸਿਟੀਆਂ ਕਾਲਜ ਹੈ ਜਿਹੜੇ ਆਫਰ ਲੈਟਰ ਇਸ਼ੂ ਕਰਦੇ ਆ। ਆਫਰ ਲੈਟਰ ਆਉਂਦੀ ਨਹੀਂ ਹੈਗੀ, ਕਈਆਂ 'ਚ ਆਫਰ ਲੈਟਰ ਆ ਜਾਂਦੀ ਹੈ, ਬਟ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ I-20। ਫੀਸ ਪਹਿਲਾਂ ਨਹੀਂ ਜਾਣੀ, ਜਦ ਤੱਕ ਤੁਹਾਡਾ ਵੀਜ਼ਾ ਤੁਹਾਡੇ ਪਾਸਪੋਰਟ ਤੇ ਸਟੈਂਪ ਨਹੀਂ ਹੁੰਦਾ ਤਦ ਤੱਕ ਫੀਸ ਨਹੀਂ ਜਾਣੀ। ਸੋ ਕੋਈ ਫੀਸ ਨਹੀਂ ਜਾਣੀ, ਟਿਊਸ਼ਨ ਫੀਸ ਨਹੀਂ ਜਾਣੀ। ਉਸ ਤੋਂ ਪਹਿਲਾਂ ਫੁਟਕਲ ਖਰਚੇ ਜ਼ਰੂਰ ਹੈਗੇ ਆ, ਜਿਵੇਂ ਕਿ ਐਮਬੈਸੀ ਫੀਸ $160, ਸਰਵਿਸ ਫੀਸ $350, ਉਸ ਤੋਂ ਇਲਾਵਾ I-20 ਫੀਸ। ਪਰ ਬਹੁਤ ਸਾਰੀਆਂ ਯੂਨੀਵਰਸਿਟੀਆਂ, ਹੁਣ ਅਵੀਲਾ ਯੂਨੀਵਰਸਿਟੀ ਨੇ ਆਪਣੀ ਵੇਵ ਕਰਤੀ ਹੋਈ ਹੈ I-20 ਫੀਸ, ਵਿਟਵਿਥ ਯੂਨੀਵਰਸਿਟੀ ਨੇ ਆਪਣੀ ਵੇਵ ਆਫ ਕਰਤੀ ਹੋਈ ਹੈ I-20 ਫੀਸ। ਸੋ ਬਹੁਤ ਸਾਰੀਆਂ ਯੂਨੀਵਰਸਿਟੀਆਂ ਇਦਾਂ ਦੀਆਂ ਹੈਗੀਆਂ ਜਿਨ੍ਹਾਂ ਨੇ ਆਪਣੀ I-20 ਫੀਸ ਵੀ ਵੇਵਰ ਕਰਤੀ ਹੈ। ਜੇ I-20 ਫੀਸ ਹੋਏਗੀ ਤਾਂ ਤੁਸੀਂ ਆਪਣੇ ਕਾਰਡ ਰਾਹੀਂ ਪੇ ਕਰ ਸਕਦੇ ਹੋ, ਸਾਨੂੰ ਪੇ ਕਰਨ ਦੀ ਕੋਈ ਲੋੜ ਨਹੀਂ ਹੈਗੀ। ਸੋ ਤੁਹਾਡੀ ਜਿਹੜੀ ਫੀਸਾਂ ਜਾਣੀ ਹੈ ਉਹ I-20 ਫੀਸ ਜਾਣੀ ਹੈ, ਸਰਵਿਸ ਫੀਸ ਜਾਣੀ ਹੈ ਔਰ ਐਮਬੈਸੀ ਫੀਸ ਜਾਣੀ ਹੈ। ਸੋ ਕੋਈ ਵੀ ਅਸੀਂ ਗੱਲ ਕਹੀਏ ਤਾਂ ਕਿਸੇ ਵੀ ਆਪਾਂ ਅਪਲਾਈ ਕਰਦੇ ਹਾਂ, ਕਿਸੇ ਵੀ ਕੰਟਰੀ ਦਾ ਆਪਾਂ ਅਪਲਾਈ ਕਰਦੇ ਹਾਂ, ਸੋ ਇਹ ਸਾਰੇ ਖਰਚੇ ਆਉਂਦੇ ਹੀ ਹੈ। ਔਰ 50,000 ਤੋਂ ਲੈ ਕੇ 1 ਲੱਖ ਰੁਪਏ ਦਾ ਖਰਚਾ ਲੱਗਦਾ ਹੀ ਲੱਗਦਾ। ਚਾਹੇ ਤੁਸੀਂ ਕੈਨੇਡਾ ਅਪਲਾਈ ਕਰ ਲਓ, ਸੋ ਬੱਚੇ ਨੂੰ 70-80 ਹਜ਼ਾਰ ਤੋਂ ਲੈ ਕੇ ਲੱਖ ਰੁਪਏ ਦਾ ਖਰਚਾ ਆਉਂਦਾ। ਆਸਟ੍ਰੇਲੀਆ ਅਪਲਾਈ ਕਰ ਲਓ, ਇੰਨਾ ਹੀ ਖਰਚਾ ਆਏਗਾ। ਉਹ ਤਾਂ ਐਮਬੈਸੀ ਫੀਸ ਹੀ 32,000 ਰੁਪਏ ਹੈ। ਫਿਰ ਅਸੀਂ ਨਿਊਜ਼ੀਲੈਂਡ ਅਪਲਾਈ ਕਰ ਲਓ, 22,000 ਰੁਪਏ ਐਮਬੈਸੀ ਫੀਸ ਹੈ। ਅਸੀਂ ਕੈਨੇਡਾ ਅਪਲਾਈ ਕਰ ਲਓ, ਬਾਇਓਮੈਟ੍ਰਿਕ ਲਾ ਕੇ, ਮੈਡੀਕਲ ਕਰਾ ਕੇ, ਫੀਸਾਂ ਭੇਜ ਕੇ ਜੇ ਰਿਫਿਊਜ਼ਲ ਆਉਂਦੀ ਹੈ ਤਾਂ 70-80 ਹਜ਼ਾਰ ਰੁਪਏ ਆਪਣਾ ਲੱਗਦਾ ਹੀ ਲੱਗਦਾ। ਸੋ ਕਿਸੇ ਵੀ ਕੰਟਰੀ ਅਪਲਾਈ ਕਰਦੇ ਸੀ, ਦੇਖੋ ਇਹ ਤਾਂ ਪ੍ਰੋਸੈਸ ਹੈ, ਇਹ ਖਰਚਾ ਤੁਹਾਡਾ ਆਉਣਾ ਹੀ ਆ, ਸਰਕਾਰੀ ਫੀਸਾਂ ਦੇਣੀਆਂ ਪੈਣੀਆਂ ਹੀ ਤੁਹਾਨੂੰ ਜੇ ਤੁਸੀਂ ਜੈਨੂਇਨ ਤਰੀਕੇ ਅਪਲਾਈ ਕਰਨਾ। ਜੇ ਅਸੀਂ ਕਹੀਏ ਕਿ ਆਪਾਂ ਆਫਟਰ ਵੀਜ਼ਾ ਕਿਸੇ ਨੂੰ 20 ਲੱਖ ਦੇ ਦਈਏ ਤਾਂ ਉਹ 2 ਲੱਖ ਰੁਪਏ ਦੀ ਜਿਹੜੀ ਸਮੈਸਟਰ ਦੀ ਫੀਸ ਹੈ ਜਾਂ 3 ਲੱਖ ਰੁਪਏ ਸਮੈਸਟਰ ਦੀ ਫੀਸ ਹੈ, ਉਹ ਆਪਾਂ 20 ਲੱਖ ਰੁਪਇਆ ਕਿਉਂ ਕਿਸੇ ਨੂੰ ਦੇਣਾ। ਸੋ ਸਟੈਪ ਵਾਈਜ਼ ਚੱਲੋ, ਸਟੈਪ ਵਾਈਜ਼ ਆਪਣਾ ਸਾਰਾ ਸਿਸਟਮ ਫੋਲੋ ਕਰੋ ਔਰ ਸਟੈਪ ਵਾਈਜ਼ ਹੀ ਆਪਣਾ ਵੀਜ਼ਾ ਅਪਲਾਈ ਕਰੋ, ਚਾਹੇ ਤੁਸੀਂ USA ਅਪਲਾਈ ਕਰਨਾ। ਸੋ ਫਰਸਟ ਤੁਹਾਡੇ ਡਾਕੂਮੈਂਟਸ ਚਾਹੀਦੇ ਹੋਣਗੇ 10th 12th, ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਗ੍ਰੈਜੂਏਸ਼ਨ ਦੇ ਡਾਕੂਮੈਂਟਸ, ਜੇ 12th ਕੀਤੀ ਹੈ ਤਾਂ 12th ਦੇ ਡਾਕੂਮੈਂਟਸ, ਪਾਸਪੋਰਟ, ਆਈਲੈਟਸ, ਜੇ ਆਈਲੈਟਸ ਨਹੀਂ ਹੈ ਤਾਂ PT ਵੀ ਐਕਸੈਪਟੇਬਲ ਹੈ, TOEFL ਵੀ ਐਕਸੈਪਟੇਬਲ ਹੈ, ਔਰ ਜੇ ਨਹੀਂ ਹੈਗਾ ਤਾਂ ਮੀਡੀਅਮ ਆਫ ਇੰਸਟਰਕਸ਼ਨ ਲੈਟਰ। ਸੋ ਬਹੁਤ ਸਾਰੀਆਂ ਯੂਨੀਵਰਸਿਟੀਆਂ I-20 ਫੀਸ ਨਹੀਂ ਲੈ ਰਹੀਆਂ ਤਾਂ ਫਾਈਨੈਂਸ਼ੀਅਲ ਡਾਕੂਮੈਂਟਸ ਘੱਟੋ ਘੱਟ 20 ਲੱਖ ਰੁਪਈਆ ਜੇ ਕਾਲਜ 'ਚ ਜਾਣਾ, ਔਰ ਜੇ ਯੂਨੀਵਰਸਿਟੀ ਜਾਣਾ ਤਾਂ 30 ਲੱਖ ਰੁਪਏ ਦੇ ਫੰਡਸ ਚਾਹੀਦੇ ਹੋਣਗੇ, ਚਾਹੇ 1 ਦਿਨ ਪੁਰਾਣੇ ਹੋਣ। FD ਵੀ ਚੱਲੇਗੀ ਜਾਂ ਬੈਂਕ ਸਟੇਟਮੈਂਟ ਚੱਲੇਗੀ, ਬਟ ਬੈਂਕ ਸਟੇਟਮੈਂਟ ਹੋਏਗੀ ਤਾਂ ਇਟਸ ਬੈਟਰ, your I-20 will come faster। ਸੋ ਫੰਡਸ ਦੇ ਡਾਕੂਮੈਂਟ ਦੋਗੇ, ਫੰਡਸ ਦੇ ਡਾਕੂਮੈਂਟ ਦੇ ਕੇ ਤੁਹਾਡੀ I-20 ਕੈਨ ਬੀ ਪ੍ਰੋਸੈਸਡ within 3 weeks to 3 months, depends on the university। ਸੋ ਜਿਹੜੀ ਯੂਨੀਵਰਸਿਟੀ ਤੁਸੀਂ ਅਪਲਾਈ ਕੀਤਾ, I-20 ਆਉਣ ਤੋਂ ਬਾਅਦ ਤੁਹਾਨੂੰ ਇੱਕ ਸਰਵਿਸ ਨੰਬਰ ਅਲਾਟ ਕੀਤਾ ਜਾਏਗਾ, ਜਿਹਦੀ ਫੁੱਲ ਫਾਰਮ ਹੈਗੀ ਹੈ ਸਟੂਡੈਂਟ ਐਕਸਚੇਂਜ ਵਿਜ਼ਿਟਰ ਇਨਫੋਰਮੇਸ਼ਨ ਸਿਸਟਮ। ਉਹ ਸਰਵਿਸ ਨੰਬਰ ਦੇ ਹਿਸਾਬ ਨਾਲ ਤੁਸੀਂ 1 ਸਾਲ $350 ਦੇ ਕੇ ਆਪਣਾ ਉਹ ਐਕਟਿਵ ਰੱਖ ਸਕਦੇ ਹੋ, ਔਰ 1 ਸਾਲ ਦੇ ਅੰਦਰ ਜਿੰਨੀ ਮਰਜ਼ੀ ਵਾਰੀ ਤੁਸੀਂ ਇੰਟਰਵਿਊ ਦੇ ਸਕਦੇ ਹੋ। ਸੋ ਸਟੂਡੈਂਟਸ ਇਹੀ ਖਰਚੇ ਹੈਗੇ ਆ। ਤੁਸੀਂ I-20 ਆ ਗਈ, ਤੁਹਾਡੀ ਸਰਵਿਸ ਫੀਸ ਪੇ ਕਰਤੀ, $160 ਐਮਬੈਸੀ ਫੀਸ ਦੇ ਕੇ ਤੁਸੀਂ ਆਪਣੀ ਅਪਾਇੰਟਮੈਂਟ ਲੈ ਸਕਦੇ ਹੋ। ਅਪਾਇੰਟਮੈਂਟ ਲੈ ਕੇ ਤੁਹਾਨੂੰ ਅਪਾਇੰਟਮੈਂਟ ਮਿਲ ਜਾਏਗੀ, ਔਰ ਇਸ ਸਾਲ ਬਹੁਤ ਸੁਧਾਰ ਹੋਏਗਾ USA ਦੇ ਵੀਜ਼ਾ ਵਿੱਚ, ਕਿਉਂਕਿ ਜਿੰਨੇ ਵੀ ਵੀਜ਼ਾ ਉਹਨਾਂ ਨੇ ਲਾਸਟ ਈਅਰ ਦਿੱਤੇ, ਜੋ ਸਾਡੀ ਇਨਫੋਰਮੇਸ਼ਨ ਹੈ ਜਾਂ ਸਾਡੀ ਹਾਈ ਕਮਿਸ਼ਨ ਨਾਲ ਮੀਟਿੰਗ ਹੋਈ ਹੈ, ਇਸ ਸਾਲ 3 ਗੁਣਾ ਜ਼ਿਆਦਾ ਵੀਜ਼ਾ ਦੇਣਾ ਚਾਹੁੰਦਾ ਹੈ USA। ਸੋ ਬਹੁਤ ਟੌਪ ਦੀ ਡੈਸਟੀਨੇਸ਼ਨ ਹੈ, ਅੱਛਾ ਬੱਚੇ ਉੱਥੇ ਜਾ ਕੇ ਅੱਛਾ ਪਰਫਾਰਮ ਕਰ ਸਕਦੇ ਆ। ਸੋ USA ਦਾ ਸਟੱਡੀ ਵੀਜ਼ਾ ਲਗਵਾਉਣ ਲਈ ਤੁਸੀਂ ਸਾਡੇ ਨੀਅਰੈਸਟ ਆਫਿਸ ਵਿਜ਼ਿਟ ਕਰ ਸਕਦੇ ਹੋ। ਜੀ ਬਿਲਕੁਲ। ਤੇ ਜਿਵੇਂ ਸਰ ਨੇ ਕਿਹਾ ਕਿ US ਅਗਰ ਤੁਸੀਂ ਸੋਚ ਰਹੇ ਹੋ ਤਾਂ ਵਿਦਆਊਟ ਆਇਲਸ ਹੋ ਸਕਦਾ, ਬਟ ਵਿਦਆਊਟ ਇੰਟਰਵਿਊ ਨਹੀਂ ਹੋ ਸਕਦਾ। ਸੋ ਇਸ ਲਈ ਇੰਟਰਵਿਊ ਦੇ ਲਈ ਤੁਸੀਂ ਖੁਦ ਨੂੰ ਪ੍ਰਿਪੇਅਰ ਜ਼ਰੂਰ ਰੱਖਣਾ ਹੈ। ਤੁਹਾਡੀ ਹੀ ਪ੍ਰੋਫਾਈਲ ਦੇ ਨਾਲ ਰਿਲੇਟਡ ਸਵਾਲ ਹੁੰਦੇ ਨੇ ਤੇ ਤੁਸੀਂ ਉਸ ਨੂੰ ਕਲੀਅਰ ਕਰਕੇ ਜੋ ਹੈ ਆਪਣਾ ਵੀਜ਼ਾ ਹਾਸਲ ਕਰ ਸਕਦੇ ਹੋ। ਸੋ ਕੋਈ ਵੀ ਸਵਾਲ ਹੈ, ਲਗਾਤਾਰ ਨੰਬਰ ਡਿਸਪਲੇ ਕੀਤਾ ਹੋਇਆ ਜੀ, ਲੈਂਡਮਾਰਕ ਇਮੀਗ੍ਰੇਸ਼ਨ ਦਾ ਇਹ ਨੰਬਰ ਹੈ। ਤੁਸੀਂ ਬੇਝਿਜਕ ਇਸ ਨੰਬਰ ਤੇ ਕਾਲ ਕਰਕੇ ਆਪਣੀ ਪ੍ਰੋਫਾਈਲ ਨੂੰ ਲੈ ਕੇ ਜਾਂ ਆਪਸ਼ਨਸ ਨੂੰ ਲੈ ਕੇ
ਕੋਈ ਵੀ ਸਵਾਲ ਹੈ ਕਲੀਅਰ ਜ਼ਰੂਰ ਕਰ ਲਓ। ਐਡਰੈਸ ਡਿਟੇਲਸ ਵੀ ਜੋ ਹੈ ਨੀਚੇ ਚੱਲ ਰਹੀਆਂ ਨੇ ਸਕਰੋਲ ਦੇ ਵਿੱਚ, ਤੁਹਾਨੂੰ ਜਿੱਥੇ ਨੇੜੇ ਲੱਗਦਾ ਈਜ਼ੀ ਲੱਗਦਾ ਆਪਣੇ ਡਾਕੂਮੈਂਟਸ ਲੈ ਕੇ ਜ਼ਰੂਰ ਆਓ। ਅਸੀਂ ਹਰ ਵਾਰ ਸ਼ੋਅ ਦੇ ਵਿੱਚ ਗੱਲ ਕਹਿੰਦੇ ਆ ਕਿ ਡਾਕੂਮੈਂਟਸ ਦੀ ਅਸੈਸਮੈਂਟ ਸਭ ਤੋਂ ਪਹਿਲਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਤੁਸੀਂ ਕਿੱਥੇ ਲਈ ਐਲੀਜੀਬਲ ਹੋ ਔਰ ਕਿਹੜੀਆਂ ਬੈਸਟ ਆਪਸ਼ਨਸ ਨੇ ਤੁਹਾਡੇ ਲਈ ਜਿਸ ਦੇ ਉੱਪਰ ਅਪਲਾਈ ਕਰਕੇ ਤੁਸੀਂ ਆਪਣਾ ਵੀਜ਼ਾ ਹਾਸਲ ਕਰ ਸਕਦੇ ਹੋ। ਸੋ ਮੈਂ ਇੱਥੇ ਆਪਾਂ ਗੱਲ ਜਦੋਂ ਇੰਟਰਵਿਊਜ਼ ਦੀ ਕਰ ਰਹੇ ਹਾਂ, ਯੂਕੇ ਦੀ ਗੱਲ ਕਰੀਏ, ਪ੍ਰੀ ਕੈਸ ਇੰਟਰਵਿਊਜ਼ ਉੱਥੇ ਵੀ ਸ਼ੁਰੂ ਹੋ ਚੁੱਕੀਆਂ ਨੇ। ਸੋ ਕੀ ਸਟੂਡੈਂਟਸ ਨੂੰ ਤੁਸੀਂ ਇੱਥੇ ਗਾਈਡ ਕਰਨਾ ਚਾਹੋਗੇ ਕਿ ਪੂਰੀ ਤਿਆਰੀ ਕਿਸ ਤਰੀਕੇ ਨਾਲ ਰੱਖਣ ਤਾਂ ਕਿ ਪ੍ਰੀ ਕੈਸ ਇੰਟਰਵਿਊ ਤੋਂ ਬਾਅਦ ਜਿਹੜਾ ਬਾਕੀ ਦਾ ਪ੍ਰੋਸੈਸ ਆ ਉਹ ਸਮੂਥਲੀ ਉਹਨਾਂ ਦਾ ਪੂਰਾ ਹੋ ਸਕੇ? ਸੋ ਦੇਖੋ, ਇਸ ਟਾਈਮ ਤੇ ਜਿਹੜੇ ਵੀ ਬੱਚੇ ਯੂਕੇ ਅਪਲਾਈ ਕਰ ਰਹੇ ਆ, ਆਈ ਵਿਲ ਐਡਵਾਈਜ਼ them ਕਿ ਆਪਾਂ ਆਈਲੈਟਸ ਦੇ ਨਾਲ ਹੀ ਅਪਲਾਈ ਕਰੀਏ, ਵਿਦਆਊਟ ਆਈਲੈਟਸ ਨਾ ਅਪਲਾਈ ਕਰੀਏ। ਜਿਹੜੀਆਂ ਪ੍ਰੀ ਕੈਸ ਇੰਟਰਵਿਊਜ਼ ਆ ਉਹ ਕਲੀਅਰ ਨਹੀਂ ਹੋਣੀਆਂ ਬੱਚਿਆਂ ਤੋਂ। ਸੋ ਜਿਹੜੇ ਬੱਚੇ ਆਈਲੈਟਸ ਨਹੀਂ ਕਰ ਸਕਦੇ ਉਹ ਪ੍ਰੀ ਕੈਸ ਵੀ ਨਹੀਂ ਕਰ ਪਾਣਗੇ। ਔਰ ਜੇ ਆਪਾਂ ਆਈਲੈਟਸ ਦੇ ਨਾਲ ਅਪਲਾਈ ਕਰਾਂਗੇ ਤਾਂ ਆਪਣਾ ਵੀਜ਼ਾ ਸਕਸੈਸ ਰੇਟ ਵੀ ਵਧੀਆ ਰਹੇਗਾ। ਸੋ ਨਾਰਮਲੀ CBSE ਪਾਸ ਆਊਟ ਜਾਂ ਪੰਜਾਬ ਬੋਰਡ ਪਾਸ ਆਊਟ ਜੇ 70% ਤੋਂ ਉੱਤੇ ਇੰਗਲਿਸ਼ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ, ਬਟ ਵੀਜ਼ਾ ਕਈ ਵਾਰੀ ਰਿਫਿਊਜ਼ਲ ਵੀ ਆ ਸਕਦੀ ਹੈ। ਸੋ ਸਟੂਡੈਂਟਸ ਆਪਾਂ ਆਈਲੈਟਸ ਦੇ ਨਾਲ ਹੀ ਅਪਲਾਈ ਕਰੀਏ। ਔਰ ਪ੍ਰੀ ਕੈਸ ਇੰਟਰਵਿਊਜ਼ ਹੁਣ ਸਾਰੀਆਂ ਯੂਨੀਵਰਸਿਟੀਜ਼ ਹੀ ਲੈ ਰਹੀਆਂ। ਰਹੀ ਗੱਲ ਕਿੰਗਸਟਨ ਯੂਨੀਵਰਸਿਟੀ ਦੀ, ਅਸੀਂ ਗੱਲ ਕਰੀ, ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਔਰ ਹਰਿਆਣੇ ਤੋਂ ਬੱਚੇ ਨਹੀਂ ਲੈਣੇ। ਇੱਦਾਂ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਜ਼ ਆ ਗਈਆਂ ਜਿਨ੍ਹਾਂ ਨੇ ਕਿਹਾ ਕਿ ਅਸੀਂ ਪੰਜਾਬ ਹਰਿਆਣੇ ਤੋਂ ਬੱਚੇ ਨਹੀਂ ਲੈਣੇ। ਉਹਦੇ ਪਿੱਛੇ ਰੀਜ਼ਨ ਹੈ, ਬੱਚੇ ਉੱਥੇ ਜਾ ਕੇ ਪੜ੍ਹ ਨਹੀਂ ਰਹੇ, ਬੱਚੇ ਉੱਥੇ ਜਾ ਕੇ ਵੀਜ਼ਾ ਨੂੰ ਮਿਸਯੂਜ਼ ਕਰਦੇ ਔਰ ਉੱਥੇ ਜਾ ਕੇ ਕੰਮ ਕਰ ਰਹੇ ਨੇ ਔਰ ਉੱਥੇ ਜਾ ਕੇ ਪੜ੍ਹਦੇ ਨਹੀਂ ਹੈਗੇ। ਸੋ ਸਟੂਡੈਂਟ, ਜੇ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ ਤਾਂ ਪਹਿਲੀ ਗੱਲ ਤਾਂ ਆਪਣੇ ਪੱਲੇ ਇਹ ਮੰਨ ਲਓ, ਜੇ ਤੁਸੀਂ ਬੈਚਲਰ ਡਿਗਰੀ 'ਚ ਜਾ ਰਹੇ ਹੋ ਖਾਸ ਕਰਕੇ, ਕਿ ਤੁਸੀਂ 3 ਸਾਲ ਦੀਆਂ ਫੀਸਾਂ ਦੇ ਸਕਦੇ ਹੋ ਜਾਂ ਆਪਣੇ ਪਹਿਲੇ ਸਾਲ ਔਰ ਦੂਜੇ ਸਾਲ ਦੀ ਫੀਸ ਆਪਣੇ ਕੋਲ ਹੈਗੀ ਹੈ। ਨਾਰਮਲੀ ਕੀ ਹੁੰਦਾ, ਬੱਚਾ 2-3 ਹਜ਼ਾਰ ਪਾਉਂਡ ਦਾ ਡਿਪੋਜ਼ਿਟ ਦਿੱਤਾ ਹੁੰਦਾ ਬੱਚੇ ਨੂੰ, ਜਾਂ ਬੱਚੇ ਨੇ ਕੋਈ ਪੈਕੇਜ ਸਿਸਟਮ ਕੀਤਾ ਹੁੰਦਾ ਔਰ ਬੱਚੇ ਨੂੰ ਯੂਕੇ ਪਹੁੰਚ ਕੇ ਪਤਾ ਲੱਗਦਾ ਕਿ ਜਦੋਂ ਯੂਨੀਵਰਸਿਟੀ ਉਹਨੂੰ ਕਹਿੰਦੀ ਕਿ ਤੁਹਾਡਾ ਤਾਂ 10,000 ਪਾਉਂਡ ਹੱਲੇ ਪੈਂਡਿੰਗ ਹੈ। ਸੋ 10 ਲੱਖ ਰੁਪਏ ਦਾ ਪੈਂਡਿੰਗ ਹੈ। ਬੱਚਾ ਕਹਿੰਦਾ ਮੈਂ ਤਾਂ ਦੇ ਕੇ ਆਇਆ ਸੀ ਪਿੱਛੇ 10 ਲੱਖ ਰੁਪਈਆ, ਪਰ ਉਹ ਯੂਨੀਵਰਸਿਟੀ 'ਚ ਨਹੀਂ ਗਿਆ ਹੁੰਦਾ ਤਾਂ ਤੁਸੀਂ ਇੱਥੇ ਫੀਸ ਦੇ ਕੇ ਯੂਕੇ ਚਲੇ ਗਏ। ਹੁਣ ਤੁਸੀਂ ਉੱਥੇ ਜਾ ਕੇ 10 ਲੱਖ ਕਹਿੰਦੇ ਹੋ, ਅਸੀਂ ਤਾਂ 10 ਲੱਖ ਪਿੱਛੇ ਦੇ ਕੇ ਆਏ ਹਾਂ, ਅਸੀਂ ਹੁਣ ਅੱਗੇ 10 ਲੱਖ ਕਿੱਥੋਂ ਦੇਣਾ? ਸੋ ਸਟੂਡੈਂਟ ਉੱਥੇ ਜਾ ਕੇ ਆਪਣੀ ਪੜ੍ਹਾਈ ਛੱਡ ਦਿੰਦਾ ਹੈ। 80% ਇੱਦਾਂ ਹੀ ਹੋਇਆ। ਤਾਂ ਵੀ ਬਹੁਤ ਸਾਰੀਆਂ ਜਿਹੜੀਆਂ ਚੰਗੀਆਂ ਯੂਨੀਵਰਸਿਟੀਆਂ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਬੱਚਾ ਇੱਥੇ ਆ ਕੇ 80% ਨਹੀਂ ਪੜ੍ਹ ਰਿਹਾ। ਸੋ ਸਟੂਡੈਂਟ, ਯੂਕੇ ਆਪਾਂ ਤਾਂ ਹੀ ਚੂਜ਼ ਕਰੀਏ ਜੇ ਆਪਣੇ ਕੋਲ ਪਹਿਲੇ ਸਾਲ ਔਰ ਦੂਜੇ ਸਾਲ ਦੇ ਪੈਸੇ ਹੈਗੇ ਆ। ਨਹੀਂ ਤਾਂ ਤੁਸੀਂ ਯੂਕੇ ਨਾ ਚੂਜ਼ ਕਰੋ, ਬਿਕੋਜ਼ ਉੱਥੇ ਜਾ ਕੇ ਤੁਸੀਂ ਇਲੀਗਲ ਹੋ ਜਾਓਗੇ। ਜੇ ਤੁਸੀਂ ਪੜ੍ਹਾਈ ਛੱਡੋਗੇ ਤਾਂ ਯੂ ਆਰ ਇਲੀਗਲ ਦੇਅਰ, ਕੋਈ ਸਟੇਟਸ ਤੁਹਾਡਾ ਨਹੀਂ ਹੋਏਗਾ ਔਰ ਤੁਹਾਨੂੰ 2-4 ਸਾਲ ਜਦੋਂ ਵੀ ਤੁਸੀਂ ਜਿੰਨੀ ਦੇਰ ਬਚ ਸਕਦੇ ਹੋ, ਬਿਕੋਜ਼ ਤੁਹਾਨੂੰ ਪਤਾ ਹੀ ਹੈ ਯੂਕੇ ਵਿੱਚ ਪੁਲਿਸ ਹੈਵ ਸਕੈਨਰਸ। ਸੋ ਉਸੇ ਵੇਲੇ ਤੁਹਾਡੇ ਹੱਥ ਪ੍ਰਿੰਟ ਕਰਦੇ ਆ ਔਰ ਉਹਨਾਂ ਦਾ ਤੁਹਾਨੂੰ ਪਤਾ ਲੱਗ ਜਾਂਦਾ ਕਿ ਯੂ ਆਰ ਲੀਗਲ ਔਰ ਇਲੀਗਲ। ਐਂਡ ਉਸ ਸਿਨੈਰੀਓ ਵਿੱਚ ਤੁਹਾਨੂੰ ਘਰ ਵੀ ਨਹੀਂ ਜਾਣ ਦਿੰਦੇ, ਉੱਥੋਂ ਸਿੱਧਾ ਹੀ ਫਲਾਈਟ ਤੋਂ ਬਿਠਾ ਕੇ ਘਰ ਭੇਜਦੇ ਆ। ਸੋ ਆਪਾਂ ਡਰ ਕੇ ਜੇ ਉੱਥੇ ਰਹਿਣਾ ਤਾਂ ਆਪਾਂ ਯੂਕੇ ਕਿਉਂ ਚੂਜ਼ ਕਰੀਏ? ਸੋ ਸਾਲਾਨਾ ਫੀਸ ਜਿਹੜੀ ਯੂਕੇ ਦੀ ਹੈਗੀ ਉਹ 13 ਲੱਖ ਤੋਂ ਲੈ ਕੇ 18 ਲੱਖ ਦੇ ਵਿੱਚ ਹੈ ਐਵਰੇਜ ਯੂਨੀਵਰਸਿਟੀ ਦੀ। ਸੋ ਜੇ ਆਪਾਂ ਸਾਲਾਨਾ 13 ਲੱਖ ਰੁਪਈਆ ਦੇ ਸਕਦੇ ਹਾਂ ਫਿਰ ਆਪਾਂ ਯੂਕੇ ਜ਼ਰੂਰ ਚੂਜ਼ ਕਰੀਏ। ਸੋ ਲੈਂਡਮਾਰਕ ਇਮੀਗ੍ਰੇਸ਼ਨ ਕੋਈ ਪੈਕੇਜ ਨਹੀਂ ਕਰਦਾ। ਜੇ ਤੁਸੀਂ ਐਲੀਜੀਬਲ ਹੋ, ਤੁਸੀਂ ਸਾਡੇ ਕੋਲ ਵਿਜ਼ਿਟ ਕਰੋਗੇ, ਅਸੀਂ ਤੁਹਾਡੀ ਆਫਰ ਲੈਟਰ ਅਪਲਾਈ ਕਰਾਂਗੇ। ਜੇ ਆਫਰ ਲੈਟਰ ਯੂਨੀਵਰਸਿਟੀ ਤੋਂ ਆਏਗੀ, ਕੰਡੀਸ਼ਨਸ ਮੈਟ ਹੋਣਗੀਆਂ, ਤੁਸੀਂ ਪ੍ਰੀ ਕੈਸ ਇੰਟਰਵਿਊ ਕਲੀਅਰ ਕਰੋਗੇ ਤਾਂ ਹੀ ਤੁਹਾਡਾ ਕੈਸ ਆਏਗਾ। ਐਂਡ 28 ਦਿਨ ਪੁਰਾਣੇ ਫੰਡਸ ਚਾਹੀਦੇ ਹੋਣਗੇ, ਵਿਚ ਇਜ਼ ਬਿਲਕੁਲ ਸਾਰਿਆਂ ਲਈ ਹੈਗੇ, ਔਰ ਜੈਨੂਇਨ ਫੰਡਸ ਹੋਣਗੇ ਤਾਂ ਹੀ ਤੁਹਾਨੂੰ ਕੈਸ਼ ਇਸ਼ੂ ਹੋਏਗਾ। ਸੋ ਸਟੂਡੈਂਟ, ਇਹ ਸਾਰੀਆਂ ਜਿਹੜੀਆਂ ਛੋਟੀਆਂ ਚੀਜ਼ਾਂ ਦਾ ਖਿਆਲ ਰੱਖੋ, ਬਿਕੋਜ਼ ਯੂਕੇ ਜਾ ਕੇ ਆਪਾਂ ਇਲੀਗਲ ਹੋਣ ਨਾਲੋਂ ਤਾਂ ਇੱਥੇ ਹੀ ਵਧੀਆ। ਸੋ ਨਾਰਮਲੀ ਅੱਜ ਦੀ ਡੇਟ 'ਚ ਬਹੁਤ ਸਾਰੇ ਬੱਚੇ ਜਾ ਰਹੇ ਆ ਜਿਹੜੇ ਉੱਥੇ ਪਹੁੰਚ ਜ਼ਰੂਰ ਰਹੇ ਆ, ਬਿਕੋਜ਼ ਕੈਨੇਡਾ ਤੋਂ ਰਿਫਿਊਜ਼ਲ ਆ ਗਈ। 1 'ਚ 5.5 ਬੈਂਡ ਹੈ, 2 'ਚ 5.5 ਬੈਂਡ ਹੈ, ਆਪਾਂ ਕੈਨੇਡਾ ਨਹੀਂ ਜਾ ਪਾ ਰਹੇ। ਮੈਂ ਸਟੂਡੈਂਟਸ ਨੂੰ ਐਡਵਾਈਸ ਦਾਂਗਾ, ਜੇ ਤੁਹਾਨੂੰ ਕੋਈ ਰਿਫਿਊਜ਼ਲ ਆਈ ਹੈ, ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ, ਸਾਨੂੰ ਆਈਲੈਟਸ ਅਸੀਂ ਇਸ ਲਈ ਰੱਖੀ ਹੋਈ ਹੈ ਕਿਉਂਕਿ ਬੱਚਿਆਂ ਦੇ ਸਾਰਿਆਂ ਦੇ 6 ਚਾਹੁੰਦੇ ਆ। ਸੋ ਸਾਡੇ ਕੋਲ ਜੇ ਤੁਸੀਂ ਆਈਲੈਟਸ ਟ੍ਰੇਨਿੰਗ ਕਰਦੇ ਹੋ ਸਾਡੇ 17 ਸੈਕਟਰ ਜਾਂ ਸਾਡੇ ਮੋਹਾਲੀ ਆਫਿਸ 'ਚ, ਸਾਡੀ 2 ਮਹੀਨਿਆਂ ਦੀ ਫੀਸ 15,000 ਰੁਪਈਆ। ਨਾਰਮਲੀ ਮੈਂ ਦੇਖਿਆ 20,000 ਰੁਪਏ ਮਹੀਨੇ ਦੀ ਫੀਸ ਚਾਰਜ ਹੋ ਰਹੀ ਹੈ ਚੰਡੀਗੜ੍ਹ 'ਚ, ਬਟ ਸਾਡਾ ਫੋਕਸ ਇਹ ਹੈ ਕਿ ਬੱਚਿਆਂ ਦਾ ਰਿਜ਼ਲਟ ਆਏ ਔਰ ਬੱਚੇ ਆਈਲੈਟਸ ਕਰਕੇ ਅੱਗੇ ਕੈਨੇਡਾ ਜਾ ਸਕਣ, ਬਿਕੋਜ਼ ਕੈਨੇਡਾ 'ਚ ਸੈਟਲਮੈਂਟ ਆਪਸ਼ਨਸ ਹੈਗੀਆਂ। ਸੋ ਸਟੂਡੈਂਟ, ਕੱਲ੍ਹ ਨੂੰ ਕੈਨੇਡਾ ਵੀ ਹੋ ਸਕਦਾ ਕਿ ਬੈਚਲਰ ਡਿਗਰੀ ਕੰਪਲਸਰੀ ਕਰ ਦੇ, ਕੱਲ੍ਹ ਨੂੰ ਕੈਨੇਡਾ ਵੀ ਹੋ ਸਕਦਾ ਕਿ ਆਉਣ ਵਾਲੇ 2 ਸਾਲ 'ਚ ਜਸਟਿਨ ਟਰੂਡੋ ਦੀ ਸਰਕਾਰ ਚੇਂਜ ਹੋਏ ਤੇ ਟਫ ਰੂਲਸ ਆ ਜਾਣ। ਪਰ ਆਪਾਂ ਇਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖੀਏ, ਬਿਕੋਜ਼ ਇਹ ਕੰਪੇਅਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਆਪਾਂ ਕਿੱਥੇ ਜਾ ਕੇ ਪੜ੍ਹ ਸਕਦੇ ਹਾਂ, ਕਿੱਥੇ ਜਾ ਕੇ ਫੀਸ ਅਫੋਰਡ ਕਰ ਸਕਦੇ ਹਾਂ। ਇੱਥੋਂ ਪਲੈਨਿੰਗ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ, ਨਾ ਕਿ ਬਸ ਇਹ ਕਿ ਵੀਜ਼ਾ ਲੱਗ ਗਿਆ ਤੇ ਹੁਣ ਡਿਫਿਕਲਟੀ ਸ਼ੁਰੂ ਹੁੰਦੀ ਹੈ। ਕਿਸੇ ਵੀ ਕੰਟਰੀ ਦਾ ਜਿਹੜਾ ਵੀਜ਼ਾ ਲੱਗ ਗਿਆ, ਤੁਸੀਂ ਕੱਪੜੇ ਆਪਣੇ ਧੋਣੇ ਆ, ਰੋਟੀ ਆਪੇ ਬਣਾਉਣੀ ਹੈ, ਪੜ੍ਹਾਈ ਕਰਨੀ ਹੈ, ਅਸਾਈਨਮੈਂਟ ਸਬਮਿਟ ਕਰਨੀ ਹੈ। ਸੋ ਇੰਨੇ ਕੰਮ ਇੱਥੇ ਨਾਰਮਲੀ ਬੱਚਾ ਨਹੀਂ ਕਰਦਾ +2 ਵਾਲਾ। ਸੋ ਇਹ ਸਾਰੇ ਕੰਮ ਜਦੋਂ ਤੁਸੀਂ ਉੱਥੇ ਜਾ ਕੇ ਕਰਨੇ ਆ ਤਾਂ ਦਿੱਕਤਾਂ ਆਉਣੀਆਂ ਹੀ ਆਉਣੀਆਂ। ਸੋ ਪਲੈਨਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ। ਬੱਚਿਆਂ ਨੂੰ ਮੈਂ ਡਰਾ ਨਹੀਂ ਰਿਹਾ,
ਰਿਐਲਿਟੀ ਚੈੱਕ ਦੇ ਰਹੇ ਹਾਂ ਬਿਕੋਜ਼ ਬੱਚਿਆਂ ਨੂੰ ਇਹ ਚੀਜ਼ ਬਾਰੇ ਕਿਸੇ ਦੇ ਪਤਾ ਨਹੀਂ ਹੁੰਦਾ। ਸੋ ਗਈ ਗੱਲ ਹੁਣ ਬੈਚਲਰ ਡਿਗਰੀ ਵਾਲੇ ਜਿਹੜੇ ਯੂਕੇ ਜਾਂਦੇ ਆ। ਸੋ ਨਾਰਮਲੀ ਬੈਚਲਰ ਡਿਗਰੀ ਵਾਲੇ ਜਿਹੜੇ ਯੂਕੇ ਜਾ ਰਹੇ ਆ ਓਵਰਆਲ 6 ਬੈਂਡ ਦੇ ਨਾਲ ਮਾਸਟਰਸ ਅਪਲਾਈ ਕਰ ਸਕਦੇ ਆ। ਇਟ ਇਜ਼ ਰਿਲੇਟਿਵਲੀ ਈਜ਼ੀਅਰ ਫॉर them ਬਿਕੋਜ਼ ਮਾਸਟਰਸ 1 ਸਾਲ ਜਾਂ 1.5 ਸਾਲ ਦੀ ਹੈ, ਫਿਰ ਉਹਨਾਂ ਨੂੰ 2 ਸਾਲ ਦਾ ਵਰਕ ਪਰਮਿਟ ਮਿਲ ਜਾਣਾ। ਸੋ ਨਾਰਮਲੀ 1 ਸਾਲ ਜਾਂ 1.5 ਸਾਲ ਦੀ ਫੀਸ ਬੱਚੇ ਅਫੋਰਡ ਕਰ ਸਕਦੇ ਆ। ਬਟ ਫਿਰ ਜੇ ਉਹੀ ਆਪਾਂ ਏਜੰਟ ਨੂੰ ਲੱਖਾਂ ਰੁਪਈਆ ਦੇ ਕੇ ਜਾਵਾਂਗੇ ਤਾਂ ਉੱਥੇ ਜਾ ਕੇ ਫਿਰ ਨਹੀਂ ਆਪਾਂ ਫੀਸ ਭਰਾਂਗੇ, ਆਪਾਂ ਫਿਰ ਉੱਥੇ ਜਾ ਕੇ ਇਲੀਗਲ ਹੋ ਜਾਵਾਂਗੇ। ਸੋ ਇਹਨਾਂ ਸਾਰੀਆਂ ਸਟੈਪ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ, ਅੱਜ ਸਾਰਿਆਂ ਨੂੰ ਲੱਗਦਾ ਹੋਵੇਗਾ ਬੜੀ ਛੋਟੀ ਜੀ ਗੱਲ ਹੈ, ਆਪਾਂ ਪੈਸੇ ਦੇ ਦਾਂਗੇ, ਆਪਾਂ ਪੜ੍ਹ ਲਾਂਗੇ, ਬਟ ਨਹੀਂ ਮੈਨੇਜ ਹੋ ਪਾ ਰਿਹਾ। ਬਹੁਤ ਸਾਰੇ ਬੱਚੇ, ਮੈਨੂੰ ਬੰਬੇ ਦਿੱਲੀ ਤੋਂ ਬੱਚਿਆਂ ਦੀ ਕੁਐਰੀ ਆ ਰਹੀ ਹੈ ਜਿਹੜੇ ਯੂਕੇ ਗਏ ਆ, ਪੜ੍ਹ ਰਹੇ ਆ ਐਂਡ ਉੱਥੋਂ ਕੈਨੇਡਾ ਮੂਵ ਹੋਣਾ ਚਾਹੁੰਦੇ ਆ ਬਿਕੋਜ਼ ਉੱਥੇ ਜਾ ਕੇ ਉਹਨਾਂ ਨੂੰ ਰਿਐਲਿਟੀ ਦਾ ਪਤਾ ਲੱਗਦਾ ਕਿ ਕੀ ਰਿਐਲਿਟੀ ਹੈ। ਬਿਲਕੁਲ ਬਿਲਕੁਲ, ਤੇ ਇਹ ਰਿਐਲਿਟੀ ਹੀ ਤੁਹਾਡੇ ਨਾਲ ਅਸੀਂ ਟਾਈਮਲੀ ਜੋ ਹੈ ਸਾਂਝੀ ਕਰਦੇ ਰਹਿੰਦੇ ਆਪਣੇ ਸ਼ੋਅ ਦੇ ਜ਼ਰੀਏ ਤਾਂ ਕਿ ਸਟੂਡੈਂਟ ਜ਼ਿਆਦਾ ਤੋਂ ਜ਼ਿਆਦਾ ਅਵੇਅਰ ਹੋ ਸਕਣ, ਤੁਹਾਨੂੰ ਚੀਜ਼ਾਂ ਦਾ ਪਤਾ ਲੱਗੇਗਾ ਤਾਂ ਤੁਸੀਂ ਖੁਦ ਨੂੰ ਪ੍ਰਿਪੇਅਰ ਕਰ ਸਕੋ ਕਿ ਯੈਸ ਅਸੀਂ ਆਪਣੇ ਦੇਸ਼ ਤੋਂ ਦੂਸਰੀ ਕੰਟਰੀ ਜਾ ਰਹੇ ਹਾਂ ਸਟੱਡੀ ਵੀਜ਼ਾ, ਤਾਂ ਪੜ੍ਹਾਈ ਦੇ ਨਾਲ ਨਾਲ ਹੋਰ ਕਿਸ ਤਰ੍ਹਾਂ ਦੇ ਚੈਲੰਜਸ ਜਾਂ ਕਿਹੜੀਆਂ ਗੱਲਾਂ 'ਤੇ ਅਸੀਂ ਧਿਆਨ ਬਹੁਤ ਜ਼ਿਆਦਾ ਰੱਖਣਾ ਹੈ ਜ਼ਰੂਰ। ਸੋ ਯੂਕੇ ਦੀ ਆਪਾਂ ਫਿਲਹਾਲ ਗੱਲ ਕਰ ਹੀ ਰਹੇ ਹਾਂ ਤਾਂ ਮੈਂ ਜ਼ਰੂਰ ਚਾਹੂੰਗੀ ਕਿ ਇਨਟੇਕਸ ਬਾਰੇ ਵੀ ਥੋੜਾ ਆਪਾਂ ਅਪਡੇਟ ਦੇ ਦਈਏ। ਜਿਹੜੇ ਸਟੂਡੈਂਟਸ ਹੁਣ ਅਪਲਾਈ ਕਰਨ ਬਾਰੇ ਸੋਚ ਰਹੇ ਨੇ ਕਿਹੜੇ ਇਨਟੇਕ ਲਈ? ਸਪਟੈਂਬਰ ਇਨਟੇਕ ਇਜ਼ ਓਪਨ ਰਾਈਟ ਨਾਓ, ਹਲੇ ਕੋਈ ਵੀ ਇਨਟੇਕ ਹੋਰ ਨਹੀਂ ਹੈਗਾ। ਸਪਟੈਂਬਰ ਇਨਟੇਕ ਇਜ਼ ਓਪਨ ਰਾਈਟ ਨਾਓ ਸਟੂਡੈਂਟਸ। ਸੋ ਸਪਟੈਂਬਰ ਇਨਟੇਕ 'ਚ ਓਵਰਆਲ 6 ਬੈਂਡ ਦੇ ਨਾਲ ਬੈਚਲਰ ਜਾਂ ਮਾਸਟਰ ਡਿਗਰੀ ਆਪਾਂ ਅਪਲਾਈ ਕਰ ਸਕਦੇ ਹਾਂ। PT 59 ਦੇ ਨਾਲ ਅਸੀਂ ਅਪਲਾਈ ਕਰ ਸਕਦੇ ਹਾਂ ਬੈਚਲਰਸ ਜਾਂ ਮਾਸਟਰ ਡਿਗਰੀ। ਕੁਝ ਯੂਨੀਵਰਸਿਟੀ ਚੁਣਿੰਦਾ ਹੋਣਗੀਆਂ, ਬਟ ਜੇ ਤੁਸੀਂ ਵਿਦਆਊਟ ਆਈਲੈਟਸ ਅਪਲਾਈ ਕਰੋਗੇ ਤਾਂ ਪ੍ਰੀ ਕੈਸ ਇੰਟਰਵਿਊ ਬਹੁਤ ਟਫ ਹੋ ਜਾਏਗੀ। ਬਟ ਮੇਰੀ ਐਡਵਾਈਸ ਇਹੀ ਹੈ ਕਿ ਆਪਾਂ ਆਈਲੈਟਸ ਦੇ ਨਾਲ ਅਪਲਾਈ ਕਰੀਏ, ਜੈਨੂਇਨ ਤਰੀਕੇ ਅਪਲਾਈ ਕਰੀਏ, ਆਫਰ ਲੈਟਰ ਅਪਲਾਈ ਕਰੀਏ, ਆਫਰ ਲੈਟਰ ਆਂਦੀ ਹੈ ਫਿਰ ਆਪਾਂ ਅੱਗੇ ਪ੍ਰੋਸੀਡ ਕਰੀਏ। ਸੈਕੰਡਲੀ ਸਪਟੈਂਬਰ ਇਨਟੇਕ ਵੀ ਬਹੁਤ ਜਲਦ ਕੁਝ ਯੂਨੀਵਰਸਿਟੀਆਂ ਬੰਦ ਕਰ ਦੇਣਗੀਆਂ। ਸੋ ਜਲਦ ਤੋਂ ਜਲਦ ਅਪਲਾਈ ਕਰੋ ਜੇ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ, ਔਰ ਜੇ ਯੂਕੇ ਜਾਣਾ ਚਾਹੁੰਦੇ ਹੋ ਤਾਂ ਫੀਸ ਦਾ ਅਰੇਂਜਮੈਂਟ ਆਪਣੇ ਕੋਲ ਪੂਰਾ ਰੱਖੋ ਬਿਕੋਜ਼ ਮੈਂ ਨਹੀਂ ਚਾਹੁੰਦਾ ਉੱਥੇ ਜਾ ਕੇ ਕੋਈ ਵੀ ਬੱਚਾ ਇੱਥੋਂ ਜਾ ਕੇ ਇਲੀਗਲ ਹੋਵੇ। ਜੀ ਜੀ ਬਿਲਕੁਲ, ਤੇ ਪੀਟੀ ਨੂੰ ਲੈ ਕੇ ਵੀ ਕਲੈਰਿਟੀ ਆਪਾਂ ਜ਼ਰੂਰ ਦੇ ਦਈਏ ਕਿਉਂਕਿ ਪਿੱਛੇ ਸਵਾਲ ਸਟੂਡੈਂਟਸ ਦਾ ਕੈਨੇਡਾ ਨੂੰ ਲੈ ਕੇ ਤਾਂ ਸੀ ਕਿ ਕੀ ਪੀਟੀ ਉੱਪਰ ਵੀ ਵੀਜ਼ਾ ਆ ਰਹੇ ਨੇ, ਤਾਂ ਮੈਂ ਜ਼ਰੂਰ ਚਾਹੂੰਗੀ ਕਿ ਆਪਾਂ ਕੰਟਰੀ ਵਾਈਜ਼ ਥੋੜਾ ਡਿਟੇਲ ਵਿੱਚ ਸਟੂਡੈਂਟਸ ਨੂੰ ਸਮਝਾਈਏ ਕਿ ਚਾਹੇ ਯੂਕੇ ਦੀ ਗੱਲ ਹੈ ਚਾਹੇ ਨਿਊਜ਼ੀਲੈਂਡ ਦੀ ਗੱਲ ਹੋਵੇ, ਪੀਟੀ ਦਾ ਕਿੰਨਾ ਸਕੋਰ ਡਿਜ਼ਾਇਰਡ। ਸੋ ਪਹਿਲਾਂ ਤਾਂ ਆਪਾਂ ਯੂਕੇ ਦੀ ਗੱਲ ਕਰ ਲੈਂਦੇ ਹਾਂ। ਯੂਕੇ 'ਚ ਪੀਟੀ ਰਿਕੁਆਇਰਮੈਂਟ ਇਜ਼ 59 ਜੀ। ਸੋ ਜੇ 59 ਹੈਗੇ ਤਾਂ ਹੀ ਤੁਸੀਂ ਯੂਕੇ ਅਪਲਾਈ ਕਰੋ ਬਿਕੋਜ਼ ਜ਼ਿਆਦਾਤਰ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਇਜ਼ ਅਬਵ 59 ਦੀ ਰਿਕੁਆਇਰਮੈਂਟ ਹੈ। ਸੈਕੰਡਲੀ ਨਿਊਜ਼ੀਲੈਂਡ ਦੀ ਗੱਲ ਕਰਦੇ ਹਾਂ ਬਿਕੋਜ਼ ਨਿਊਜ਼ੀਲੈਂਡ 'ਚ ਪੀਟੀ ਦੀ +2 ਵਾਲੇ ਬੱਚਿਆਂ ਵਾਸਤੇ ਰਿਕੁਆਇਰਮੈਂਟ ਇਜ਼ 50 ਜੀ, ਓਵਰਆਲ 50, ਨੋ ਬੈਂਡ ਲੈਸ ਦੈਨ 42। ਸੋ ਨਿਊਜ਼ੀਲੈਂਡ 'ਚ 50 ਰਿਕੁਆਇਰਮੈਂਟ ਦੇ ਨਾਲ ਤੁਸੀਂ ਯੂਜੀ 'ਚ ਐਡਮਿਸ਼ਨ ਲੈ ਸਕਦੇ ਹੋ। ਜੇ ਅਸੀਂ ਪੀਜੀ ਦੀ ਗੱਲ ਕਰੀਏ ਤਾਂ ਫਿਰ 56 ਚਾਹੀਦੇ ਹੋਣਗੇ ਮਿਨੀਮਮ। ਜੇ ਆਪਾਂ ਪੀਜੀ ਦੀ ਗੱਲ ਕਰੀਏ ਤਾਂ ਆਪਾਂ ਨੂੰ 56 ਚਾਹੀਦੇ ਹੋਣਗੇ NZ ਵਾਸਤੇ ਆਲਸੋ। ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਡਿਪੈਂਡਸ ਅਪਨ ਯੂਨੀਵਰਸਿਟੀ ਟੂ ਯੂਨੀਵਰਸਿਟੀ। ਕੁਝ ਯੂਨੀਵਰਸਿਟੀ 52 ਵੀ ਲੈ ਰਹੀਆਂ, ਕੁਝ 55 ਲੈ ਰਹੀਆਂ, ਕੋਈ 57 ਲੈ ਰਹੀ ਹੈ, ਡਿਪੈਂਡਸ ਔਨ ਯੋਰ ਅਸੈਸਮੈਂਟ। ਸੋ ਅਸੈਸਮੈਂਟ ਕਰਾਂਗੇ ਕਿੱਥੇ ਤੁਸੀਂ ਜਾ ਸਕਦੇ ਹੋ ਤਾਂ ਆਸਟ੍ਰੇਲੀਆ 'ਚ 52 ਤੋਂ ਸ਼ੁਰੂ ਹੋ ਜਾਂਦਾ ਹੈ। ਐਂਡ ਜੇ ਅਸੀਂ ਪੋਸਟ ਗ੍ਰੈਜੂਏਟ ਲੈਵਲ ਯਾਨੀ ਮਾਸਟਰਸ ਲੈਵਲ 'ਤੇ ਅਪਲਾਈ ਕਰਨਾ ਚਾਹੁੰਦੇ ਹਾਂ ਤਾਂ 57 ਐਂਡ ਅਬਵ ਆਸਟ੍ਰੇਲੀਆ 'ਚ ਆਪਾਂ ਅਪਲਾਈ ਕਰ ਸਕਦੇ ਹਾਂ। ਕੈਨੇਡਾ 'ਚ 51 ਤੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਬਟ ਪ੍ਰੋਬਲਮ ਇਜ਼ ਦਿਸ ਕਿ ਜੇ ਆਪਾਂ ਵੀਜ਼ਾ ਲੈਣਾ ਹੈ ਤਾਂ ਇਟ ਹੈਜ਼ ਟੂ ਬੀ ਅਬਵ 57। ਕੈਨੇਡਾ 'ਚ ਆਪਾਂ ਅਪਲਾਈ ਕਰਦੇ ਹਾਂ। ਸੋ 2 ਚੀਜ਼ਾਂ ਦਾ ਬੱਚੇ ਜ਼ਰੂਰ ਖਿਆਲ ਰੱਖਣ ਪੀਟੀ ਅਪਲਾਈ ਕਰਨ ਦੇ ਨਾਲ। ਸਪੋਜ਼ ਤੁਹਾਡਾ 10 ਸਾਲ ਦਾ ਗੈਪ ਹੈ ਔਰ ਫਿਰ ਤੁਸੀਂ ਪੀਟੀ ਦੇ ਨਾਲ ਅਪਲਾਈ ਕਰ ਰਹੇ ਹੋ ਤਾਂ ਵੀਜ਼ਾ ਚਾਂਸਿਸ ਆਰ 50-50 ਬਿਕੋਜ਼ ਦੋਨੋਂ ਚੀਜ਼ਾਂ ਵੀਕ ਹੈ। ਇੱਕ ਤੁਹਾਡਾ ਨਾਨ ਐਸਡੀਐਸ ਕੇਸ ਹੋ ਗਿਆ, ਫਿਰ ਆਪਣਾ ਗੈਪ ਹੋ ਗਿਆ। ਸਪੋਜ਼ ਤੁਸੀਂ ਫਰੈਸ਼ ਪਾਸ ਆਊਟ ਹੋ, ਪਰਸੈਂਟੇਜ 70% ਤੋਂ ਉੱਤੇ ਹੈ ਔਰ ਪੀਟੀ ਕੀਤੀ ਹੈ, ਵੀਜ਼ਾ ਚਾਂਸਿਸ ਆਰ ਬ੍ਰਾਈਟ। ਸੋ ਸਟੂਡੈਂਟਸ ਇਹ ਛੋਟੀਆਂ ਚੀਜ਼ਾਂ ਦਾ ਖਿਆਲ ਰੱਖੋ। ਜੇ ਤੁਸੀਂ ਕਿ ਮੇਰੇ ਕੋਲ ਆਓਗੇ ਤੁਸੀਂ ਕਹੋਗੇ ਮੇਰਾ 10 ਸਾਲ ਦਾ ਗੈਪ ਹੈ ਜੀ, ਮੈਂ ਪੀਟੀ ਕਰ ਲਈ ਹੈ, ਤੁਸੀਂ 50-50 ਹੈ, ਲੱਗ ਵੀ ਸਕਦਾ ਨਹੀਂ ਵੀ ਲੱਗ ਸਕਦਾ। ਫਰੈਸ਼ ਪਾਸ ਆਊਟ ਹੋ, ਚੰਗੇ ਨੰਬਰ ਹੈ, ਆਈਲੈਟਸ ਨਹੀਂ ਕੀਤੀ ਪੀਟੀ ਕੀਤੀ ਹੈ, ਫਿਰ ਵੀਜ਼ਾ ਦੇ ਚਾਂਸਿਸ ਬਹੁਤ ਚੰਗੇ ਹੈਗੇ ਆ ਬਿਕੋਜ਼ ਤੁਸੀਂ ਫਰੈਸ਼ ਪਾਸ ਆਊਟ ਹੋ, ਨੰਬਰ ਚੰਗੇ ਆ। ਦੂਜੀ ਗੱਲ ਹੈ ਫਰੈਸ਼ ਪਾਸ ਆਊਟ ਹੋ, ਨੰਬਰ ਵੀ ਮਾੜੇ ਆ, 46 ਹੈ, ਇੱਕ ਸਬਜੈਕਟ 'ਚ 48 ਹੈ। ਫਿਰ ਆਪਾਂ ਜੇ ਆਈਲੈਟਸ ਕਰਾਂਗੇ ਤਾਂ ਵੀਜ਼ਾ ਚਾਂਸ ਚੰਗੇ ਹੈ, ਪਰ ਜੇ ਫਿਰ ਆਪਾਂ ਪੀਟੀ ਕਰਾਂਗੇ ਤਾਂ ਵੀਜ਼ਾ ਚਾਂਸ 50-50 ਹੈ। ਸੋ ਇਹ ਸਾਰੀਆਂ ਚੀਜ਼ਾਂ ਬਾਰੇ ਕੋਈ ਤੁਹਾਨੂੰ ਦੱਸਦਾ ਨਹੀਂ ਹੈ। ਸਾਰੇ ਕਹਿੰਦੇ ਵੀਜ਼ਾ ਲੱਗ ਜਾਊਗਾ, ਦੇ ਦਿਓ। ਵੀਜ਼ਾ ਇੱਦਾਂ ਨਹੀਂ ਲੱਗੂਗਾ। ਵੀਜ਼ਾ 'ਚ ਕੁਝ ਪੁਆਇੰਟਸ ਦਾ ਆਪਾਂ ਨੂੰ ਖਿਆਲ ਰੱਖਣਾ ਪਏਗਾ, ਧਿਆਨ ਦੇਣਾ ਪਏਗਾ। USA ਦੀ ਗੱਲ ਕਰੀਏ ਤਾਂ 50 ਪੀਟੀ ਨਾਲ ਐਕਸੈਪਟੈਂਸ ਹੈਗੀ ਹੈ ਕਾਲਜਿਸ ਵਿੱਚ ਐਂਡ 55 ਦੇ ਨਾਲ ਯੂਨੀਵਰਸਿਟੀਜ਼ ਦੇ ਵਿੱਚ। ਸੋ ਡਿਪੈਂਡ ਕਰੇਗਾ ਕੇਸ ਟੂ ਕੇਸ, ਹਰ ਯੂਨੀਵਰਸਿਟੀ ਦੀ ਆਪਣੀ ਰਿਕੁਆਇਰਮੈਂਟ ਹੈਗੀ ਹੈ। ਬਟ ਪੀਟੀ ਅੱਜ ਦੀ ਡੇਟ 'ਚ ਸਾਰੇ ਹੀ ਕਿਤੇ ਐਕਸੈਪਟ ਹੋ ਰਹੀ ਹੈ, ਬਟ ਫਿਰ ਵੀ ਆਈਲੈਟਸ ਕਰੋਗੇ ਤਾਂ ਵੀਜ਼ਾ ਚਾਂਸਿਸ ਸਾਰੇ ਹੀ ਕਿਤੇ ਪੀਟੀ ਨਾਲੋਂ ਥੋੜਾ ਜਿਹਾ ਜ਼ਿਆਦਾ ਹੈ। ਜੇ ਮੈਨੂੰ ਕਹੋਗੇ ਜੇ ਤੁਹਾਡੇ 80% ਚਾਂਸ ਹੈ ਤਾਂ ਆਈਲੈਟਸ ਦੇ ਨਾਲੋਂ
85 ਹੋ ਜਾਣਗੇ। ਜੇ ਤੁਹਾਡੇ 90% ਚਾਂਸ ਹੈ ਤਾਂ ਆਈਲੈਟਸ ਦੇ ਨਾਲ ਉਹ 95 ਹੋ ਜਾਣਗੇ। ਸਟੂਡੈਂਟ ਕਹਿੰਦੇ ਮੇਰੇ ਤਾਂ ਆਈਲੈਟਸ ਦਾ ਹਊਆ ਹੈ, ਮੈਂ ਨਹੀਂ ਕਰ ਸਕਦਾ। ਕਈ ਵਾਰੀ ਬੱਚੇ ਆਈਲੈਟਸ ਕਰਦੇ ਹੀ ਨਹੀਂ, ਮਾਈਂਡ ਸੈਟਅਪ ਬਣਾ ਲਿਆ ਕਿ ਆਈਲੈਟਸ ਹਊਆ ਹੈ। ਸੋ ਸਟੂਡੈਂਟ ਮੈਂ ਤੁਹਾਨੂੰ ਦੱਸਦਾ ਕਿ ਕੈਨੇਡਾ 'ਚ ਲਾਸਟ ਈਅਰ 2.5 ਲੱਖ ਬੱਚਾ ਗਿਆ। ਇਸ ਸਾਲ ਟਾਰਗੇਟ ਇਜ਼ ਅਬਵ 3 lakhs। ਮੈਂ ਤੁਹਾਨੂੰ ਦੱਸ ਸਕਦਾ ਕਿ ਇਸ ਸਾਲ ਕੈਨੇਡਾ 3 ਲੱਖ ਤੋਂ ਵੱਧ ਬੱਚਾ ਲੈ ਕੇ ਜਾਣਾ ਚਾਹੁੰਦਾ ਹੈ। ਪਰ ਦੇਖੋ 6 ਚ ਵਾਲੇ ਹੀ 6-7 ਲੱਖ ਬੱਚੇ ਅਪਲਾਈ ਕਰ ਰਹੇ ਹਨ। ਸੋ 6 ਚ ਬਹੁਤ ਬੱਚਿਆਂ ਦੇ ਆ ਰਹੇ ਹਨ। ਡੂ ਨਾਟ ਹੈਵ ਅ ਮੈਂਟਲ ਬਲੋਕੇਜ ਕਿ ਮੇਰੇ 6 ਚ ਨਹੀਂ ਆ ਸਕਦੇ, ਤੁਹਾਡੇ 6 ਚ ਆ ਸਕਦੇ ਆ। ਅੱਛੀ ਟ੍ਰੇਨਿੰਗ ਦੀ ਲੋੜ ਹੈ। ਤੁਸੀਂ ਸਾਡੇ ਕੋਲ ਵਿਜ਼ਿਟ ਕਰੋ। ਆਈਲੈਟ ਸੈਂਟਰ ਸਾਡਾ 15,000 2 ਮਹੀਨੇ ਦੀ ਫੀਸ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਵੀ ਆਰ ਨਾਟ ਚਾਰਜਿੰਗ ਐਨੀ ਪ੍ਰੋਸੈਸਿੰਗ ਫੀਸ, ਕੋਈ ਵੀਜ਼ਾ ਤੋਂ ਪਹਿਲਾਂ ਫੀਸ ਨਹੀਂ ਹੈਗੀ ਕੈਨੇਡਾ 'ਚ, ਕੋਈ ਵੀਜ਼ਾ ਤੋਂ ਬਾਅਦ ਫੀਸ ਨਹੀਂ ਹੈਗੀ। ਜੇ ਤੁਹਾਡਾ ਫਰੈਸ਼ ਕੇਸ ਹੈ ਤੁਸੀਂ ਸਾਡੇ ਕੋਲ ਵਿਜ਼ਿਟ ਕਰੋ। ਵੀ ਵਿਲ ਗਿਵ ਯੂ ਗੁੱਡ ਟ੍ਰੇਨਿੰਗ ਐਂਡ ਫੋਕਸ ਇਜ਼ ਕਿ 6 ਚ ਆਉਣ ਤੁਹਾਡਾ ਵੀਜ਼ਾ ਆਏ। ਸੋ ਸਟੂਡੈਂਟਸ ਇਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖੋ। ਪੀਟੀ ਦੀ ਕਿੰਨੀ ਰਿਕੁਆਇਰਮੈਂਟ ਹੈ, ਆਈਲੈਟਸ ਦੀ ਕਿੰਨੀ ਰਿਕੁਆਇਰਮੈਂਟ ਹੈ, ਬਿਕੋਜ਼ ਸਾਨੂੰ ਪਤਾ ਹੁੰਦਿਆਂ ਵੀ ਹੁਣ 2 ਚੋਂ 5.5 ਬੈਂਡ ਹੈ। ਮੈਂ ਕੱਲ ਹੀ ਐਡ ਦੇਖੀ ਕੈਨੇਡਾ ਦਾ ਵੀਜ਼ਾ ਲਵਾਓ ਜੀ। ਸੋ 2 ਚੋਂ 5.5 ਬੈਂਡ, 1 ਤੇ 5.5 ਬੈਂਡ ਤੇ ਔਖਾ ਹੋਇਆ ਮਤਲਬ 1 ਚ 5.5 ਬੈਂਡ ਤੇ ਵੀ ਲੋਟਰੀ ਵਾਲਾ ਕੰਮ ਹੈ। ਸੋ 2 ਚੋਂ 5.5 ਬੈਂਡ ਤੇ ਵੀਜ਼ਾ ਕੈਨੇਡਾ ਦਾ ਨਹੀਂ ਆਉਣਾ, 1 ਚ 5.5 ਤੇ ਵੀ ਨਹੀਂ ਆਉਣਾ। ਆਈ ਵਿਲ ਐਡਵਾਈਜ਼ ਕਿ 6 ਚ ਦੇ ਨਾਲ ਹੀ ਆਪਾਂ ਅਪਲਾਈ ਕਰੀਏ ਤਾਂ ਹੀ ਵੀਜ਼ਾ ਆਉਣ ਦੇ ਚਾਂਸਸ ਹੈਗੇ, ਬਿਕੋਜ਼ 6 ਵਾਲੀਆਂ ਫਾਈਲਾਂ ਹੀ ਬਹੁਤ ਜ਼ਿਆਦਾ ਹੈ ਕੈਨੇਡਾ 'ਚ। ਸੋ ਜੇ 6 ਵਾਲੀਆਂ ਫਾਈਲਾਂ ਜੇ 3 ਲੱਖ ਲੱਗੀਆਂ ਹੋਈਆਂ ਤਾਂ ਉਹ 1 ਚ 5.5 ਬੈਂਡ ਵਾਲਿਆਂ ਨੂੰ ਕਿਉਂ ਵੀਜ਼ਾ ਦੇਣਗੇ। ਸੋ 6 ਵਾਲਿਆਂ ਨੂੰ ਵੀ ਰਿਫਿਊਜ਼ਲ ਆ ਜਾਂਦੀ ਹੈ। ਜੇ 7 ਬੈਂਡ ਵਾਲੇ ਨੂੰ ਵੀ ਰਿਫਿਊਜ਼ਲ ਆ ਜਾਂਦੀ ਹੈ ਤਾਂ ਆਪਾਂ 1 ਚ 5.5 ਬੈਂਡ ਵਾਲਾ ਕਿਵੇਂ ਸੋਚ ਸਕਦਾ ਕਿ ਮੈਨੂੰ ਵੀਜ਼ਾ ਮਿਲੇਗਾ। ਸੋ ਇਹ ਸਾਰੀਆਂ ਚੀਜ਼ਾਂ ਦਾ ਸਟੂਡੈਂਟਸ ਖਿਆਲ ਰੱਖੋ। ਵੀ ਰਿਪਰੈਜ਼ੈਂਟ ਮੋਰ ਦੈਨ 200 ਇੰਸਟੀਚਿਊਟਸ ਅਕ੍ਰੋਸ ਦ ਗਲੋਬ। ਆਸਟ੍ਰੇਲੀਆ 'ਚ ਵੀ ਰਿਪਰੈਜ਼ੈਂਟੇਸ਼ਨ ਹੈ, ਨਿਊਜ਼ੀਲੈਂਡ 'ਚ ਵੀ ਰਿਪਰੈਜ਼ੈਂਟੇਸ਼ਨ ਹੈ, UK 'ਚ ਵੀ ਰਿਪਰੈਜ਼ੈਂਟੇਸ਼ਨ ਹੈ, ਕੈਨੇਡਾ 'ਚ ਵੀ ਰਿਪਰੈਜ਼ੈਂਟੇਸ਼ਨ ਹੈ, USA 'ਚ ਵੀ ਰਿਪਰੈਜ਼ੈਂਟੇਸ਼ਨ ਹੈ। ਵੀ ਆਰ AIRC ਸਰਟੀਫਾਈਡ, ਅਮੈਰੀਕਨ ਇੰਟਰਨੈਸ਼ਨਲ ਰਿਕਰੂਟਮੈਂਟ ਕਾਉਂਸਲ ਤੋਂ ਅਸੀਂ ਸਰਟੀਫਾਈਡ ਹਾਂ। ਕੈਨੇਡਾ ਵਿੱਚ ਸਾਡੇ ਕੋਲ ਲਾਇਰ ਹੈ, RCIC ਮੈਂਬਰ ਇਜ਼ ਮਾਈ ਸਿਸਟਰ, ਸ਼ੀ ਸਟੇਜ਼ ਇਨ ਕੈਨੇਡਾ। ਇਹ ਜੇ ਅਸੀਂ ਗੱਲ ਕਰੀਏ ਤਾਂ ISEF ਇੱਕ ਇੰਟਰਨੈਸ਼ਨਲ ਕਾਨਫਰੰਸ ਐਂਡ ਐਜੂਕੇਸ਼ਨ ਫੇਅਰ, ਜਿੱਥੇ ਸਾਰੇ ਕਾਲਜ ਇਕੱਠੇ ਹੁੰਦੇ ਆ, ਜਿੰਨੇ ਵੀ ਵਰਲਡ ਦੁਨੀਆ ਦੇ ਸਾਰੇ ਕਾਲਜ ਇਕੱਠੇ ਹੁੰਦੇ ਆ, ਉਸ ਅਸੀਂ ਪ੍ਰੀਮੀਅਮ ਮੈਂਬਰ ਆ ਉਸ ਕਾਨਫਰੰਸ ਦਾ। ਔਰ ਹਰ ਕਾਨਫਰੰਸ ਜਿਹੜੀ ਕਿ ਸਾਨੂੰ ਲੱਗਦਾ ਕਿ ਬੱਚਿਆਂ ਨੂੰ ਬੈਨੀਫਿਟ ਹੋ ਸਕਦਾ ਉਹ ਮੈਂ ਪਰਸਨਲੀ ਅਟੈਂਡ ਕਰਦਾ। ਐਂਡ ਹੁਣ ਫਿਊਚਰ 'ਚ ਮੈਂ ਹੁਣੇ ਮੁੰਬਈ 'ਚ ਹੋਈ ਸੀ, ਇਸ ਤੋਂ ਪਹਿਲਾਂ USA 'ਚ ਹੋਈ ਸੀ, ਸੈਨ ਡੀਏਗੋ 'ਚ, ਔਰ ਹੁਣ ਟੋਰਾਂਟੋ 'ਚ ਮੈਂ ਅਟੈਂਡ ਕਰਾਂਗਾ, ਜਿਹਦੇ ਵਿੱਚ ਸਾਨੂੰ ਪਤਾ ਲੱਗਦਾ ਰਹਿੰਦਾ ਕਿ ਕੀ ਅਪਡੇਟਸ ਹੈ। ਹਾਈ ਕਮਿਸ਼ਨ ਵੀ ਆਉਂਦੀ ਹੈ ਉਹਦੇ 'ਚ, ਵੱਖ-ਵੱਖ ਕੰਟਰੀਆਂ ਦੀ ਹਾਈ ਕਮਿਸ਼ਨ ਵਿਜ਼ਿਟ ਕਰਦੀ ਹੈ, ਉਹਨਾਂ ਦਾ ਕੀ ਫੋਕਸ ਹੈ, ਕੀ ਟਾਰਗੇਟ ਹੈ, ਉਹ ਸਾਡੇ ਨਾਲ ਡਿਸਕਸ਼ਨ ਹੁੰਦਾ। ਜਿਵੇਂ ਯੂਰਪ ਦੀ ਗੱਲ ਕਰੀਏ ਤਾਂ ਇਸ ਟਾਈਮ 24 ਲੱਖ ਨੌਕਰੀਆਂ ਵੇਕੈਂਟ ਪਈਆਂ ਯੂਰਪ 'ਚ। ਕੈਨੇਡਾ ਦੀ ਗੱਲ ਕਰੀਏ ਤਾਂ 15 ਲੱਖ ਜੌਬਸ ਆਰ ਅਵੇਲੇਬਲ ਇਨ ਕੈਨੇਡਾ ਆਲਸੋ। ਆਸਟ੍ਰੇਲੀਆ ਦੀ ਗੱਲ ਕਰੀਏ ਤਾਂ 8 ਲੱਖ ਇੰਪਲੋਈਜ਼ ਚਾਹੀਦੇ ਉਹਨਾਂ ਨੂੰ, ਪਰ ਜੈਨੂਇਨ ਇੰਪਲੋਈਜ਼ ਚਾਹੀਦੇ ਆ ਜਿਹੜੇ ਉੱਥੇ ਆ ਕੇ ਕੰਮ ਕਰਨ। UK ਦੀ ਗੱਲ ਕਰੀਏ ਤਾਂ UK ਮੈਨੂੰ ਲੱਗਦਾ ਸਪਲਾਈ ਪੂਰੀ ਚੱਲ ਰਹੀ ਹੈ। UK 'ਚ ਕੰਮ ਕਈ ਵਾਰੀ ਟਾਈਟ ਵੀ ਹੋ ਜਾਂਦਾ, ਕਈ ਵਾਰੀ ਮਿਲ ਵੀ ਜਾਂਦਾ। ਸੋ ਆਊਟਰ ਲੰਡਨ ਆਪ ਕੋਸ਼ਿਸ਼ ਕਰੋ ਤਾਂ ਕੰਮ ਜ਼ਿਆਦਾ ਮਿਲੇਗਾ। ਸੋ ਹਰ ਕਿਤੇ ਇੰਪਲੋਈਜ਼ ਦੀ ਰਿਕੁਆਇਰਮੈਂਟ ਹੈਗੀ ਹੈ। ਸੋ ਅੱਜ ਦੇ ਵਿੱਚ ਜਰਮਨੀ ਬਹੁਤ ਵੀਜ਼ਾਸ ਦੇ ਰਹੇ ਆ, ਬਟ ਉਹਨਾਂ ਕੋਲ ਮਾਸਟਰ ਸਟੂਡੈਂਟ, ਉਹ ਚਾਹੁੰਦੇ ਆ ਕਿ ਸਾਡੇ ਕੋਲ ਮੈਚਿਓਰ ਸਟੂਡੈਂਟ ਆਏ, ਉਹ ਚਾਹੁੰਦੇ ਸਾਡੇ ਕੋਲ ਮਾਸਟਰਸ ਕਰਨ ਬੱਚੇ ਆਉਣ ਜਿਹੜੇ ਸਮਝਦਾਰ ਹੋਣ ਔਰ ਇੱਥੇ ਆ ਕੇ ਸੈਟਲ ਹੋ ਸਕਣ। ਨਾਰਮਲੀ ਉਹਨਾਂ ਦਾ ਟ੍ਰੈਂਡ ਦੇਖਿਆ ਉਹਨਾਂ ਨੇ ਕਿ ਜਿਹੜੇ +2 ਪਾਸ ਬੱਚੇ ਹੁੰਦੇ ਆ ਉਹ ਸੈਟਲ ਨਹੀਂ ਹੋ ਪਾਉਂਦੇ ਉੱਥੇ, ਕਿਉਂਕਿ ਲੈਂਗੁਏਜ ਸਿੱਖਣੀ ਪੈਂਦੀ ਆਪਾਂ ਨੂੰ ਥੋੜ੍ਹਾ ਜਿਹਾ ਯੂਰਪ 'ਚ ਰਹਿਣ ਲਈ। ਔਰ ਇੰਗਲਿਸ਼ 'ਚ ਕੋਰਸਿਸ ਜ਼ਰੂਰ ਹੋ ਰਹੇ ਨੇ, ਬਟ ਫਿਰ ਵੀ ਜੇ ਤੁਸੀਂ ਕੱਲ੍ਹ ਨੂੰ PR ਲੈਣਾ ਚਾਹੁੰਦੇ ਹੋ, ਜੇ ਲੈਂਗੁਏਜ ਹੋਏਗੀ ਤਾਂ ਫਿਰ ਤੁਹਾਨੂੰ ਜੌਬ ਅੱਛੀ ਮਿਲੇਗੀ। ਸੋ ਜਰਮਨੀ 5.5 ਬੈਂਡ ਦੇ ਨਾਲ ਤੁਸੀਂ ਅੱਜ ਦੀ ਡੇਟ 'ਚ ਮਾਸਟਰ ਕੋਰਸ ਅਪਲਾਈ ਕਰ ਸਕਦੇ ਹੋ ਜੀ। ਸੋ ਢੇਰ ਸਾਰੀਆਂ ਆਪਸ਼ਨਸ ਨੇ ਲੈਂਡਮਾਰਕ ਇਮੀਗ੍ਰੇਸ਼ਨ ਕੋਲ। ਸੋ ਜਿਸ ਤਰ੍ਹਾਂ ਦੀ ਤੁਹਾਡੀ ਪ੍ਰੋਫਾਈਲ ਹੈ ਉਸ ਦੇ ਅਕੋਰਡਿੰਗਲੀ ਤੁਹਾਨੂੰ ਇੱਕ ਬੈਸਟ ਆਪਸ਼ਨ ਸੁਜੈਸਟ ਕੀਤੀ ਜਾਂਦੀ ਹੈ ਤਾਂ ਕਿ ਤੁਸੀਂ ਆਪਣਾ ਜਿਹੜਾ ਹੈ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕੋ। ਇੱਥੇ ਜੋ ਵਿਦਆਊਟ ਆਇਲਸ ਆਪਸ਼ਨ ਦੀ ਆਪਾਂ ਗੱਲ ਕੀਤੀ ਸੀ, ਹਾਲਾਂਕਿ USA ਵੀ ਵਿਦਆਊਟ ਆਇਲਸ ਹੈ, ਪਰ ਇੱਕ ਹੋਰ ਸਿੰਗਾਪੁਰ ਦਾ ਤੁਸੀਂ ਜ਼ਿਕਰ ਕੀਤਾ ਸੀ। ਮੈਂ ਜ਼ਰੂਰ ਚਾਹੂੰਗੀ ਜਾਂਦੇ ਜਾਂਦੇ ਉਸ ਦੇ ਉੱਪਰ ਵੀ ਪੂਰੀ ਜਾਣਕਾਰੀ ਸਟੂਡੈਂਟਸ ਨਾਲ ਤੁਸੀਂ ਸਾਂਝੀ ਕਰੋ ਤਾਂ ਕਿ ਜਿਹੜੇ ਸਟੂਡੈਂਟਸ ਇੱਥੇ ਐਲੀਜੀਬਲ ਨੇ ਉਹ ਵੀ ਟਾਈਮਲੀ ਅਪਲਾਈ ਕਰਕੇ ਆਪਣਾ ਸਿੰਗਾਪੁਰ ਦਾ ਵੀਜ਼ਾ ਲੈ ਸਕਣ। ਬਿਲਕੁਲ। ਸੋ ਸਿੰਗਾਪੁਰ ਨੂੰ ਆਪਾਂ ਇੱਦਾਂ ਨਾ ਦੇਖੀਏ ਕਿ ਆਪਾਂ ਸਿੰਗਾਪੁਰ ਗਏ ਤੇ ਆਪਾਂ ਮੁੜ ਕੇ ਆਉਣਾ ਹੈ, ਜਾਂ ਸਿੰਗਾਪੁਰ ਆਪਾਂ ਗਏ ਤਾਂ ਆਪਾਂ ਅੱਗੇ ਆਪਸ਼ਨਸ ਨਹੀਂ ਹੈਗੀਆਂ, ਬਿਕੋਜ਼ ਸਿੰਗਾਪੁਰ ਨਾ ਬੜਾ ਮਿਸ ਸੈਲ ਹੁੰਦਾ। ਸਿੰਗਾਪੁਰ 'ਚ ਇਹੀ ਦੱਸਿਆ ਜਾਂਦਾ ਕਿ ਤੁਸੀਂ ਉੱਥੇ ਪੜ੍ਹੋ, 6+6 ਕਰੋ ਤਾਂ 6+6 ਅੱਗੇ 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 ਕਰਦੇ ਰਹੋ। ਸੋ ਨਾਰਮਲੀ ਸਟੂਡੈਂਟਸ ਮੇਰੀ ਕੀ ਐਡਵਾਈਸ ਦਿੰਦੀ, ਸਿੰਗਾਪੁਰ ਹੈਗਾ ਇੰਗਲਿਸ਼ ਸਪੀਕਿੰਗ ਕੰਟਰੀ, 80% ਆਫ ਦਾ ਪੋਪੂਲੇਸ਼ਨ ਸਪੀਕ ਇੰਗਲਿਸ਼। ਹੁਣ ਤੁਹਾਡੇ ਇੰਗਲਿਸ਼ 'ਚ ਨੰਬਰ ਨਹੀਂ ਆ ਰਹੇ, ਤੁਸੀਂ ਬੜਾ ਜ਼ੋਰ ਲਾ ਲਿਆ, ਇੰਗਲਿਸ਼ 'ਚ 5 ਬੈਂਡ ਵੀ ਨਹੀਂ ਕ੍ਰੋਸ ਕਰ ਰਹੇ, ਬਟ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ, ਤੁਸੀਂ ਆਪਣਾ ਐਕਸਪੋਜ਼ਰ ਲੈਣਾ ਚਾਹੁੰਦੇ ਹੋ, ਤੁਸੀਂ ਦੇਖਣਾ ਚਾਹੁੰਦੇ ਹੋ ਕਿ ਬਾਹਰ ਜਾ ਕੇ ਹੁੰਦਾ ਕੀ ਹੈ। ਟਫ ਕੰਟਰੀ ਹੈ। ਪਹਿਲਾਂ ਕਹਾਂਗਾ ਕਿ ਸਿੰਗਾਪੁਰ ਇੱਦਾਂ ਨਹੀਂ ਹੈਗਾ ਕਿ ਆਪਾਂ ਚਲੇ ਗਏ ਔਰ ਆਪਾਂ ਸੈਟਲ ਹੋ ਜਾਵਾਂਗੇ। 6 ਮਹੀਨੇ ਦੀ ਪੜ੍ਹਾਈ ਹੈ ਨਾਰਮਲੀ ਜੋ ਚੱਲਦਾ ਸਿੰਗਾਪੁਰ 'ਚ, ਔਰ 6 ਮਹੀਨੇ ਦੀ
ਇੰਟਰਨਸ਼ਿਪ ਹੈ। ਬਟ ਜੇ ਆਪਾਂ ਚੰਗੇ ਕਾਲਜ ਤੋਂ ਕਰਾਂਗੇ ਤਾਂ ਉਹ ਜਿਹੜਾ ਫਸਟ ਈਅਰ ਆਪਾਂ ਪੜ੍ਹਿਆ ਤਾਂ ਆਪਾਂ ਟਰਾਂਸਫਰ ਵੀ ਲੈ ਸਕਦੇ ਹਾਂ। ਸੋ ਆਪਾਂ UK ਟਰਾਂਸਫਰ ਲੈ ਸਕਦੇ ਹਾਂ, ਆਪਾਂ ਕੈਨੇਡਾ ਟਰਾਂਸਫਰ ਲੈ ਸਕਦੇ ਹਾਂ, ਆਪਾਂ USA ਟਰਾਂਸਫਰ ਲੈ ਸਕਦੇ ਹਾਂ। ਸੋ ਨਾਰਮਲੀ ਇਹ ਜੇ ਆਪਾਂ ਜਿਹੜੇ ਇੰਸਟੀਚਿਊਟਸ ਅੱਜ ਦੀ ਡੇਟ 'ਚ ਮਾਰਕੀਟ 'ਚ ਬੱਚੇ ਜਾਂਦੇ ਹੈਗੇ ਆ ਉਹਨਾਂ ਵਿੱਚ ਇਹ ਚੀਜ਼ ਪੋਸੀਬਲ ਨਹੀਂ ਹੈਗੀ, ਬਿਕੋਜ਼ ਉਹਨਾਂ ਦੇ ਟਰਾਂਸਫਰ ਪੈਟਰਨਸ ਹੀ ਨਹੀਂ ਹੈਗੇ। ਸੋ ਲੰਡਨ ਸਕੂਲ ਆਫ ਬਿਜ਼ਨਸ ਐਂਡ ਫਾਈਨੈਂਸ ਜਿਨ੍ਹਾਂ ਦਾ ਟਾਈ ਅਪ UK ਗ੍ਰੀਨਵਿਚ ਯੂਨੀਵਰਸਿਟੀ ਦੇ ਨਾਲ, ਆਸਟ੍ਰੇਲੀਆ ਦੇ ਨਾਲ ਵਿਕਟੋਰੀਆ ਯੂਨੀਵਰਸਿਟੀ ਦੇ ਨਾਲ, ਕੈਨੇਡਾ 'ਚ ਯੂਨੀਵਰਸਿਟੀ ਕੈਨੇਡਾ ਵੈਸਟ ਦੇ ਨਾਲ, ਔਰ ਹੋਰ ਵੀ ਬਹੁਤ ਸਾਰੇ ਕਾਲਜਸ ਦੇ ਨਾਲ ਹੈਗਾ, ਤੁਸੀਂ ਉੱਥੇ ਪੜ੍ਹੋ। ਉਹਨਾਂ ਨਾਲ ਆਪਸ਼ਨ ਸਮਝੋ ਕਿ ਸਰ ਜੇ ਮੈਂ ਇੱਥੇ 1 ਸਾਲ ਚੰਗੀ ਪੜ੍ਹਾਈ ਕਰਦਾ ਤਾਂ ਮੈਂ UK ਟਰਾਂਸਫਰ ਕਿੱਦਾਂ ਲੈ ਸਕਦਾ, ਜਾਂ ਉੱਥੇ ਵੀ ਬੈਚਲਰ ਡਿਗਰੀ ਕਰਦਾ ਤਾਂ UK ਦੀ ਡਿਗਰੀ ਮਿਲੇਗੀ। ਸੋ ਆਪਾਂ ਇੱਕ ਐਜੂਕੇਸ਼ਨ ਨੂੰ ਜ਼ਰੀਆ ਬਣਾਈਏ ਕਿਵੇਂ ਸੈਟਲ ਹੋ ਸਕਦੇ ਹਾਂ। ਔਰ ਜਿਹੜੇ ਸਟੂਡੈਂਟ ਵੀਕ ਹੈ 1 ਸਾਲ ਜਦੋਂ ਅਸੀਂ ਇੰਗਲਿਸ਼ ਸਪੀਕਿੰਗ এনवायरमेंट 'ਚ ਰਹਾਂਗੇ ਤਾਂ ਸਾਡੀ ਇੰਗਲਿਸ਼ ਆਪੇ ਹੀ ਇੰਪਰੂਵ ਹੋ ਜਾਏਗੀ। ਸੋ ਮੇਰੇ ਕੋਲ ਇਦਾਂ ਦੇ ਬਹੁਤ ਬੱਚੇ ਜਿਹੜੇ ਸਿੰਗਾਪੁਰ ਗਏ ਆ ਕੇ 6.5 ਬੈਂਡ ਲਏ ਔਰ ਉੱਥੋਂ ਕੈਨੇਡਾ ਜਾਂ USA ਗਏ। ਇੱਕ ਨਹੀਂ, ਬਹੁਤ ਸਾਰੇ ਐਗਜ਼ਾਮਪਲ ਹੈ ਜਦੋਂ ਬੱਚੇ ਸਿੰਗਾਪੁਰ ਜਾਂਦੇ ਸੀ, ਦੇ ਵਰ ਯੂਜ਼ਿੰਗ ਸਿੰਗਾਪੁਰ ਐਜ਼ ਅ ਪਾਥਵੇ ਜਾਂ ਦੇ ਵਰ ਯੂਜ਼ਿੰਗ ਸਿੰਗਾਪੁਰ ਟੂ ਲਰਨ ਇੰਗਲਿਸ਼। ਬਿਕੋਜ਼ ਜਦੋਂ ਆਪਾਂ ਇੱਥੇ ਆਈਲੈਟਸ ਕਰਦੇ ਹਾਂ ਨਾ, ਸਾਡੇ ਆਜੂ ਬਾਜੂ ਕੋਈ ਇੰਗਲਿਸ਼ 'ਚ ਗੱਲ ਹੀ ਨਹੀਂ ਕਰਦਾ। ਸੋ ਜਦੋਂ ਆਪਾਂ ਇੰਗਲਿਸ਼ 'ਚ ਖਾਣਾ ਵੀ ਇੰਗਲਿਸ਼ 'ਚ ਖਰੀਦਣਾ ਹੈ ਜਾਂ ਆਪਾਂ ਗੱਲ ਵੀ ਇੰਗਲਿਸ਼ 'ਚ ਕਰਨੀ ਹੈ, ਹਰ ਚੀਜ਼ ਇੰਗਲਿਸ਼ 'ਚ ਹੋਣੀ ਹੈ, ਤਾਂ ਆਟੋਮੈਟਿਕਲੀ ਸਾਡੀ ਇੰਗਲਿਸ਼ ਇੰਪਰੂਵ ਹੋ ਜਾਣੀ ਹੈ। ਯੈਸ, ਜੇ ਤੁਸੀਂ ਮੈਨੂੰ ਕਹੋਗੇ ਸਿੰਗਾਪੁਰ 'ਚ PR ਹੈ, ਨਹੀਂ ਹੈਗੀ ਹੈ। ਸਿੰਗਾਪੁਰ 'ਚ ਆਪਾਂ ਸੈਟਲ ਹੋ ਸਕਦੇ ਹਾਂ, ਹੁੰਦੇ ਆ ਬੱਚੇ ਸੈਟਲ, ਜੇ ਆਪਾਂ ਮਿਹਨਤ ਕਰਾਂਗੇ, ਚੰਗੇ ਨੰਬਰ ਲਾਂਗੇ ਤਾਂ ਹੋ ਸਕਦੇ ਹਾਂ। ਬਟ ਬਹੁਤ ਹੀ ਘੱਟ ਬੱਚੇ ਆ ਜਿਹੜੇ ਕੋਸ਼ਿਸ਼ ਵੀ ਕਰਦੇ ਆ ਸੈਟਲ ਹੋਣ ਦੀ, ਕਿਉਂਕਿ ਸਾਡੇ ਇੱਕ ਬੱਚੇ ਮਾਈਂਡ ਸੈਟ ਨਾਲ ਜਾਂਦੇ ਆ ਕਿ ਮੈਂ ਉੱਥੇ ਜਾ ਕੇ ਇਲੀਗਲ ਹੋ ਜਾਂ ਪੜ੍ਹਾਈ ਨਾ ਕਰਾਂ। ਇਦਾਂ ਦਾ ਕੰਟਰੀ ਸਿੰਗਾਪੁਰ ਨਹੀਂ ਹੈਗਾ। ਪੁਲਿਸ ਬਹੁਤ ਸਟ੍ਰਿਕਟ ਹੈ, ਉਸੇ ਵੇਲੇ ਫੜ ਲੈਂਦੀ ਹੈ ਜਿਹੜੇ ਇਲੀਗਲ ਹੁੰਦੇ ਆ, ਦੇ ਸੈਂਡ ਯੂ ਬੈਕ ਹੋਮ। ਸੋ ਸਿੰਗਾਪੁਰ 'ਚ ਜੇ ਆਪਾਂ ਰਹਿਣਾ ਤਾਂ 6+6 8+6 ਬੈਚਲਰ ਡਿਗਰੀ MBA ਐਵਰੀਥਿੰਗ ਇਜ਼ ਅਵੇਲੇਬਲ। ਬਟ ਆਪਾਂ ਉਹਨੂੰ ਕਿੱਦਾਂ ਯੂਜ਼ ਕਰਨਾ that is in your hand ਕਿ ਆਪਾਂ ਉਹਨੂੰ ਕਿੱਦਾਂ ਯੂਜ਼ ਕਰਨਾ ਜਾਂ ਕਿੱਦਾਂ ਉਹਨੂੰ ਪਾਥਵੇ ਲਾ ਯੂਜ਼ ਕਰਨਾ। ਸੋ ਵਿਦਾਊਟ ਆਈਲੈਟਸ ਵੀ ਬੱਚੇ ਸਿੰਗਾਪੁਰ ਜਾ ਸਕਦੇ ਆ। ਵਾਟ ਐਵਰ ਦੇਰ ਇਜ਼ ਨੋ ਪੈਕੇਜ, ਲੈਂਡਮਾਰਕ ਇਮੀਗ੍ਰੇਸ਼ਨ ਪੈਕੇਜ 'ਚ ਡੀਲ ਬਿਲਕੁਲ ਨਹੀਂ ਕਰਦਾ। ਜੋ ਵੀ ਆਫਰ ਲੈਟਰ ਤੇ ਫੀਸ ਆਏਗੀ ਉਹ ਵੀਜ਼ਾ ਤੋਂ ਬਾਅਦ ਤੁਸੀਂ ਕਾਲਜ ਨੂੰ ਦੇਣੀ ਹੈ। ਲੈਂਡਮਾਰਕ ਇਮੀਗ੍ਰੇਸ਼ਨ ਕੋਈ ਵੀ ਚਾਰਜ ਤੁਹਾਡੇ ਤੋਂ ਨਹੀਂ ਕਰਦਾ। ਸੋ ਆਪਾਂ ਸਿੰਗਾਪੁਰ ਨੂੰ ਐਜ਼ ਅ ਪਾਥਵੇ, ਐਜ਼ ਅ ਲਰਨਿੰਗ ਇੰਗਲਿਸ਼ ਜਾਂ ਐਜ਼ ਐਨ ਐਕਸਪੀਰੀਅੰਸ ਜੇ ਯੂਜ਼ ਕਰੀਏ ਤਾਂ ਅਫੋਰਡੇਬਲ ਹੈ। 3-4 ਲੱਖ ਰੁਪਏ 'ਚ ਅੱਜ ਦੀ ਡੇਟ 'ਚ ਇਦਾਂ ਦਾ ਐਕਸਪੀਰੀਅੰਸ ਨਹੀਂ ਮਿਲਦਾ। ਮੈਂ ਤਾਂ ਇਦਾਂ ਦੇ ਬੱਚੇ ਦੇਖੇ ਆ ਜਿਹੜੇ ਸਾਲ ਤੋਂ ਆਈਲੈਟਸ ਕਰੀ ਜਾ ਰਹੇ ਆ, ਔਰ ਜਿਹੜੇ ਵੱਡੇ ਇੰਸਟੀਚਿਊਟ 'ਚ ਬੈਠੇ ਆ ਉਹੀ ਉਹਨਾਂ ਤੋਂ 2 ਲੱਖ ਰੁਪਈਆ ਆਈਲੈਟਸ ਟ੍ਰੇਨਿੰਗ ਦਾ ਲੈ ਚੁੱਕੇ ਆ। ਸੋ ਸਟੂਡੈਂਟ ਜੇ ਆਪਾਂ ਇੱਥੇ ਹੀ 2 ਲੱਖ ਰੁਪਈਆ ਆਈਲੈਟਸ ਦਾ ਦੇਤਾ ਔਰ ਫਿਰ ਵੀ ਬੈਂਡ ਨਹੀਂ ਆ ਰਹੇ ਤਾਂ ਇਸ ਤੋਂ ਚੰਗਾ ਤਾਂ ਆਪਾਂ ਸਾਲ ਸਿੰਗਾਪੁਰ ਲਾ ਲਈਏ। ਬਿਲਕੁਲ। ਸੋ ਬਹੁਤ ਹੀ ਇੱਕ ਵਧੀਆ ਸਲਾਹ ਸਟੂਡੈਂਟਸ ਦੇ ਲਈ ਔਰ ਬਹੁਤ ਚੰਗੀਆਂ ਆਪਸ਼ਨਸ। ਸੋ ਹੋਰ ਵੀ ਢੇਰ ਸਾਰੀਆਂ ਆਪਸ਼ਨਸ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਕੋਲ, ਪਰ ਤੁਸੀਂ ਟਾਈਮ ਕੱਢ ਕੇ ਆਪਣੇ ਡਾਕੂਮੈਂਟਸ ਲੈ ਕੇ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਇੱਥੇ ਜ਼ਰੂਰ ਪਹੁੰਚੋ। ਐਡਰੈਸ ਡਿਟੇਲਸ ਵੀ ਜੋ ਹੈ ਲਗਾਤਾਰ ਸਕਰੋਲ ਦੇ ਵਿੱਚ ਨੇ ਤਾਂ ਕਿ ਟਾਈਮਲੀ ਅਸੈਸਮੈਂਟ ਕਰਵਾ ਕੇ ਤੁਹਾਨੂੰ ਪਤਾ ਚੱਲ ਸਕੇ ਕਿ ਕਿੰਨੀਆਂ ਹੀ ਆਪਸ਼ਨਸ ਹੈ ਤੁਹਾਡੇ ਲਈ। ਕਿਸੇ ਵੀ ਤਰ੍ਹਾਂ ਦੀ ਪ੍ਰੋਫਾਈਲ ਹੈ, ਜ਼ਰੂਰ ਇੱਕ ਵਾਰੀ ਆਓ ਔਰ ਅਸੈਸਮੈਂਟ ਕਰਵਾ ਕੇ ਸਹੀ ਆਪਸ਼ਨ ਦੇ ਨਾਲ ਅੱਗੇ ਵਧੋ। ਸੋ ਅੱਜ ਤੁਸੀਂ ਢੇਰ ਸਾਰੀਆਂ ਆਪਸ਼ਨਸ ਦੇ ਉੱਪਰ ਬਹੁਤ ਸਾਰੀ ਇਨਫੋਰਮੇਸ਼ਨ ਸਾਡੇ ਦਰਸ਼ਕਾਂ ਨਾਲ, ਸਟੂਡੈਂਟਸ ਨਾਲ ਸ਼ੇਅਰ ਕੀਤੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਅੱਗੋਂ ਵੀ ਸਟੂਡੈਂਟਸ ਦੇ ਲਈ ਇਸੇ ਤਰੀਕੇ ਨਾਲ ਇਨਫੋਰਮੇਟਿਵ ਸ਼ੋਜ਼ ਲੈ ਕੇ ਆਉਂਦੇ ਰਵਾਂਗੇ। ਫਿਲਹਾਲ ਦੇ ਲਈ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। My name is Veerpal Kaur. I am from village Loha Kheda district ਸੰਗਰੂਰ। ਮੈਂ ਆਪਣੀ MBA 2016 'ਚ ਪਾਸ ਆਊਟ ਆ ਔਰ ਉਸ ਤੋਂ ਬਾਅਦ ਮੈਂ ਆਈਲੈਟਸ ਸਕੋਰ 6.5 ਅਚੀਵ ਕੀਤਾ, ਨੋਟ ਲੈਸ ਦੈਨ 6। ਦੈਨ ਮੈਂ ਪਹਿਲਾਂ ਮੈਂ ਕਿਸੇ ਹੋਰ ਏਜੰਟ ਤੋਂ ਆਪਣੀ ਫਾਈਲ ਲਾਂਚ ਕਰਵਾਈ, ਬਟ ਮੈਨੂੰ ਰਿਫਿਊਜ਼ਲ ਮਿਲੀ ਸੈਪਟੈਂਬਰ ਇਨਟੇਕ 'ਚ। ਦੈਨ ਉਸ ਤੋਂ ਬਾਅਦ ਮੈਂ ਇੰਸਟਾਗ੍ਰਾਮ ਥਰੂ ਲੈਂਡਮਾਰਕ ਦੇ ਕੰਟੈਕਟ 'ਚ ਆਈ ਔਰ ਮੈਂ ਆਪਣਾ ਮਤਲਬ ਅਪਲਾਈ ਕਰਵਾਇਆ ਸੀਗਾ ਜਨਵਰੀ 'ਚ ਅਪਲਾਈ ਕਰਵਾਇਆ ਸੀ ਮੇਨ ਟੇਕ ਲਈ, ਔਰ ਮੇਰਾ ਜਸਟ 11 ਡੇਜ਼ 'ਚ ਮੈਂ ਵੀਜ਼ਾ ਰਿਸੀਵ ਕੀਤਾ ਅੱਜ। ਔਰ ਮੇਰਾ ਮਤਲਬ ਪੂਰਾ ਸਟਾਫ ਬਹੁਤ ਕੋਆਪਰੇਟਿਵ ਹੈ ਇੱਥੋਂ ਦਾ, ਔਰ ਮਤਲਬ ਮੈਂ ਫੁੱਲੀ ਸੈਟਿਸਫਾਈ ਹਾਂ ਲੈਂਡਮਾਰਕ ਨਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਜਸਮੀਤ ਭਾਟੀਆ ਔਰ ਅੱਜ ਮੇਰੇ ਨਾਲ ਨੇ ਗੁਰਮਿੰਦਰ ਸਿੰਘ, ਜਿਨ੍ਹਾਂ ਦਾ ਸਪਾਊਸ ਡਿਪੈਂਡੈਂਟ ਵੀਜ਼ਾ ਲੱਗ ਕੇ ਆ ਗਿਆ। ਸੋ ਗੁਰਮਿੰਦਰ ਪਹਿਲੀ ਵਾਰੀ 'ਚ ਆ ਗਿਆ ਵੀਜ਼ਾ ਲੱਗ ਕੇ? ਸੋ ਕੋਈ ਡਰ ਸੀ ਮਨ 'ਚ? ਬਿਕੋਜ਼ ਸਪਾਊਸ ਡਿਪੈਂਡੈਂਟ ਮੇਰੇ ਕੋਲ ਜਿਹੜੇ ਆਉਂਦੇ ਨਾ ਕੈਂਡੀਡੇਟ ਜ਼ਿਆਦਾਤਰ ਉਹ 1-2 ਵਾਰੀ ਕਿਤੋਂ ਰਿਫਿਊਜ਼ ਹੋ ਕੇ ਆਉਂਦੇ ਆ ਔਰ ਫਿਰ ਮੈਂ ਉਹਨਾਂ ਦਾ ਵੀਜ਼ਾ ਲਵਾਉਂਦਾ। ਸੋ ਕੋਈ ਡਾਊਟ ਸੀ ਮਨ 'ਚ? ਆਪਣੇ ਨਹੀਂ ਹੈਗਾ ਸੀ, ਕੋਈ ਡਾਊਟ ਨਹੀਂ ਹੈਗਾ ਸੀ। ਕਹਿੰਦੇ ਲੈਂਡਮਾਰਕ ਤੋਂ ਅਪਲਾਈ ਕੀਤਾ ਸੀ ਤਾਂ ਵੀਜ਼ਾ ਆਊਗਾ, ਇੱਦਾਂ ਦਾ ਸੀ? ਮੇਰੀ ਵਾਈਫ ਦਾ ਵੀ ਇੱਥੋਂ ਹੀ ਆਇਆ ਸੀ। ਓਕੇ। ਐਕਸਪੀਰੀਅੰਸ। ਸੋ ਵਾਈਫ ਦਾ ਵੀ ਇੱਥੋਂ ਹੀ ਵੀਜ਼ਾ ਆਇਆ ਸੀ। ਕਿਹੜੇ ਕਾਲਜ ਹੈ ਤੁਹਾਡੇ ਵਾਈਫ? ਯੂਨੀਵਰਸਿਟੀ UCW 'ਚੋਂ ਪੜ੍ਹ ਰਹੇ ਨੇ ਔਰ ਗੁਰਮਿੰਦਰ ਆਪਣੀ ਵਾਈਫ ਨੂੰ ਜੁਆਇਨ ਕਰਨ ਜਾ ਰਹੇ ਨੇ। ਸੋ ਕਿੰਨੀ ਦਿਨਾਂ 'ਚ ਆ ਗਿਆ ਤੁਹਾਡਾ ਵੀਜ਼ਾ? 17 ਡੇਜ਼ 'ਚ? 17 ਦਿਨਾਂ 'ਚ ਗੁਰਮਿੰਦਰ ਦਾ ਵੀਜ਼ਾ ਆ ਗਿਆ, ਵਿਚ ਇਜ਼ ਰਿਕਾਰਡ। ਬਿਕੋਜ਼ ਨਾਰਮਲੀ ਜਿਹੜੇ ਵੀਜ਼ਾਸ ਜਿਹੜੇ ਆ ਰਹੇ ਨੇ ਕੀ ਕਹਿੰਦੇ ਆ ਸਪਾਊਸ ਡਿਪੈਂਡੈਂਟ ਦੇ, ਉਹ 45 to 90 ਡੇਜ਼ 'ਚ ਆ ਰਹੇ ਨੇ। ਕਿਉਂਕਿ ਹੁਣੇ ਮੈਂ ਇੱਕ ਵੀਜ਼ਾ ਹੋਰ ਹੈਂਡਓਵਰ ਕੀਤਾ, ਉਹਨਾਂ ਨੂੰ 90 ਦਿਨ ਲੱਗ ਗਏ। ਸੋ 17 ਦਿਨ 'ਚ ਗੁਰਮਿੰਦਰ ਦਾ ਵੀਜ਼ਾ ਲੱਗ ਕੇ ਆ ਗਿਆ। ਤੁਹਾਡੇ ਵਾਈਫ ਗਏ ਕਦੋਂ ਹੈ?
ਸਪਟੈਂਬਰ ਇਨਟੇਕ 'ਚ ਉਹ ਸਤੰਬਰ ਸਪਟੈਂਬਰ ਇਨਟੇਕ 'ਚ ਇਹਨਾਂ ਦੇ ਵਾਈਫ ਗਏ ਨੇ, ਹਲੇ 4-5 ਮਹੀਨੇ ਹੀ ਹੋਏ ਆ ਇਹਨਾਂ ਦੀ ਵਾਈਫ ਨੂੰ ਗਏ, ਔਰ ਗੁਰਮਿੰਦਰ ਵੀ ਉਹਨਾਂ ਨੂੰ ਜੁਆਇਨ ਕਰਨਗੇ। ਕੁਝ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਸਾਨੂੰ ਬਹੁਤ ਵਧੀਆ ਐਕਸਪੀਰੀਅੰਸ ਲੱਗਿਆ ਜੀ। ਓਕੇ ਜੀ, ਥੈਂਕ ਯੂ ਸੋ ਮਚ ਗੁਰਮਿੰਦਰ, ਔਰ ਇਦਾਂ ਹੀ ਸਾਨੂੰ ਰੈਫਰੈਂਸ ਦਿੰਦੇ ਰਹੋ। ਥੈਂਕ ਯੂ ਸੋ ਮਚ, ਥੈਂਕ ਯੂ।